स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। रेडियो पंजाब टुडे के प्रोग्राम क्षमादान ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਪ੍ਰੋਗਰਾਮ क्षमादान ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਸ਼ਾਮ ਨੂੰ 6:30 ਵਜੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਵੀ ਆਪਣੇ ਵਪਾਰਕ ਅਦਾਰੇ ਦੀ ਮਸ਼ਹੂਰੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 97801 41741 ਤੇ। ਸਾਰੇ ਰੀਫਰ ਡਰਾਈਵਰ ਜਿਹੜੇ ਨੇ ਉਹ ਪਲੀਜ਼ ਇੱਕ ਨੰਬਰ ਨੋਟ ਕਰ ਲਓ 8043728800। ਇਹ ਨੰਬਰ ਹੈ ਜੀ ਵਰਜੀਨੀਆ ਦੇ ਬਹੁਤ ਹੀ ਐਕਸਪਰਟ ਹੈਗੇ ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ, ਜਿੱਥੇ ਤੁਹਾਡੇ ਰੀਫਰ ਦੀ ਯੂਨਿਟ ਦੀ ਸਰਵਿਸ ਕੀਤੀ ਜਾਂਦੀ ਹੈ, ਯੂਨਿਟ ਦੀ ਰਿਪੇਅਰ ਕੀਤੀ ਜਾਂਦੀ ਹੈ। ਬੜੀਆਂ ਐਡਵਾਂਸ ਮਸ਼ੀਨਾਂ ਦੇ ਨਾਲ ਟਾਇਰ ਬੈਲੈਂਸਿੰਗ 3 ਐਕਸਲ ਟਰੱਕ ਅਲਾਈਨਮੈਂਟ ਆਇਲ ਚੇਂਜ ਡੈਫ ਕਲੀਨਿੰਗ ਵੀ ਕੀਤੀ ਜਾਂਦੀ ਹੈ। ਬ੍ਰੈਂਡ ਨਿਊ ਤੇ ਯੂਜ਼ ਟਾਇਰ ਵੀ ਮਿਲਦੇ ਨੇ। DOT ਸੇਫਟੀ ਵੀ ਹੈ। 10224 ਰੈਜ਼ੀਡੈਂਸੀ ਰੋਡ ਮਨਾਸਸ ਤੇ ਇਹਨਾਂ ਦੀ ਲੋਕੇਸ਼ਨ ਹੈ। ਹਾਈਵੇ 66 ਐਗਜ਼ਿਟ 43 ਤੋਂ ਬਿਲਕੁਲ ਨਾਲ ਹੈ ਜੀ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਲੋਕੇਸ਼ਨ ਹੈ ਜੀ 1315 ਵੈਸਟਰਨ ਐਵੀਨਿਊ ਇੰਡੀਅਨੈਪਲਿਸ। ਪਰਮ ਜਾਂ ਜੱਸੀ ਹੋਰਾਂ ਨਾਲ ਤੁਸੀਂ 3179799205 ਜਾਂ 6612045818 ਦੇ ਉੱਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ। ਡਿਸਪੈਚ ਪੰਜਾਬੀ ਤੇ ਇੰਗਲਿਸ਼ 'ਚ ਕਰਦੇ ਨੇ ਜੀ। ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਦੇ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ क्षमादान ਦੇ ਵਿੱਚ ਮਸ਼ਹੂਰੀ ਦੇਣ ਦੇ ਲਈ ਤੁਸੀਂ ਇੱਕ ਵਾਰ ਫਿਰ ਮੇਰਾ ਨੰਬਰ ਨੋਟ ਕਰ ਲਓ 9780141741। ਹਰ ਤਰ੍ਹਾਂ ਦੀ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਟੈਕਸਿਸ, ਸਟੇਟ ਟੈਕਸਿਸ ਦੇ ਜਾਂ ਹੋਰ ਅਕਾਊਂਟਸ ਦੇ ਲਈ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ ਜੀ 2491510 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ ਤੋਂ ਤੁਸੀਂ ਡਿਲੀਵਰੀ ਵੀ ਕਰਵਾ ਸਕਦੇ ਹੋ, ਕੈਟਰਿੰਗ ਵੀ ਕਰਵਾ ਸਕਦੇ ਹੋ ਤੇ ਡਾਈਨ ਇਨ ਵੀ ਕਰ ਸਕਦੇ ਹੋ। ਲੋਕੇਸ਼ਨ ਹੈ ਜੀ 236099104 ਐਵੀਨਿਊ ਕੈਂਟ ਤੇ ਦੂਜੀ ਲੋਕੇਸ਼ਨ ਹੈ ਜੀ ਡਾਊਨਟਾਊਨ ਦੇ ਵਿੱਚ ਬਰਾਡਵੇ ਸਿਐਟਲ। ਫੋਨ ਨੰਬਰ ਹੈ 2063531699 ਤੇ 2532467296 ਦੇ ਉੱਤੇ ਕਾਲ ਕਰ ਸਕਦੇ ਹੋ। ਗੁਰਿੰਦਰ ਗਰੇਵਾਲ ਜਾਣਿਆ ਪਹਿਚਾਣਿਆ ਨਾਂ ਕੰਸਟਰਕਸ਼ਨ ਦੇ ਵਿੱਚ ਸ਼ੈਟਲ ਦੇ ਵਿੱਚ 2069495454 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਘਰ ਦੀ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਐਡੀਸ਼ਨ ਜਾਂ ਕੋਈ ਸਿਟੀ ਦੀ ਆਬਜੈਕਸ਼ਨ ਰਿਮੂਵ ਕਰਵਾਉਣੀ ਹੈ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਸ਼ਰਾਬ ਫੈਕਟਰੀ ਦੇ ਉੱਤੇ ਸਰਕਾਰ ਇੰਨੀ ਮਿਹਰਬਾਨ ਕਿਉਂ ਹੈ, ਮਜਬੂਰੀ ਹੈ, ਕੀ ਹੈ? ਪਰ ਜਿਹੜੀ ਸਥਿਤੀ ਤਣਾਅਪੂਰਨ ਹੋ ਰਹੀ ਹੈ ਢਿੱਲੋਂ ਸਾਹਿਬ, ਮੈਨੂੰ ਯਾਦ ਹੈ ਕਿ ਤੁਹਾਨੂੰ ਜਦੋਂ ਬਾਦਲ ਸਰਕਾਰ ਬਣੀ ਸੀ ਮਾਨਸਾ ਦੇ ਵਿੱਚ ਗੋਬਿੰਦਪੁਰੇ ਦਾ ਜ਼ਮੀਨ ਅਕਵਾਇਰ ਕੀਤੀ ਸੀਗੀ ਥਰਮਲ ਪਲਾਂਟ ਦੇ ਲਈ, ਜਾਂ ਉਦੋਂ ਤਸ਼ੱਦਦ ਹੋਇਆ ਸੀ ਕਿਸਾਨਾਂ ਦੇ ਉੱਤੇ ਜਾਂ ਫਿਰ ਹੁਣ ਤਸ਼ੱਦਦ ਹੋ ਰਿਹਾ? ਦਾਨੇਵਾਲੀਆ ਸਾਹਿਬ ਉੱਤੇ ਉਦੋਂ ਦਾ ਤੇ ਹੁਣ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਤਸ਼ੱਦਦ ਜ਼ਰੂਰ ਹੋਇਆ ਸੀ ਲੇਕਿਨ ਉਦੋਂ ਲੋਕਾਂ ਦੇ ਵਿੱਚ ਇੰਨੀ ਜਾਗਰੂਕਤਾ ਨਹੀਂ ਸੀ ਜਿੰਨੀ ਹੁਣ ਹੋ ਗਈ। ਕਹਿਣ ਨੂੰ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਹਿੰਦੇ ਹੁੰਦੇ ਸੀ ਕਿ ਸਾਡੀ ਹੁਕੂਮਤ ਬਣਾ ਦਿਓ ਜੀ ਤੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ। ਹਾਂ ਬਿਲਕੁਲ, ਮੈਨੂੰ ਤਾਂ ਸਮਝ ਨਹੀਂ ਆ ਵੀ ਕੈਲੀਫੋਰਨੀਆ ਦਾ ਕਿਹੜਾ ਹਿੱਸਾ ਬਣਾਉਣਾ ਸੀ। ਕੈਲੀਫੋਰਨੀਆ ਦੇ ਬੜੇ ਵੱਡੇ ਹਿੱਸੇ ਨੇ, ਇੱਕ ਪਾਸੇ ਬੰਜਰ ਹੈ ਤੇ ਦੂਜੇ ਪਾਸੇ ਨਹੀਂ। ਉਹ ਤਾਂ ਖੁਸ਼ਹਾਲੀ ਵਾਲੇ ਦੀ ਗੱਲ ਕਰਦੇ ਸੀ। ਬੰਜਰ ਤਾਂ ਪਹਿਲਾਂ ਹੀ ਦਿਖਦਾ ਹੀ ਸੀ ਵੀ ਬੰਜਰ ਬਣਿਆ ਵੈ। ਸਗੋਂ ਗੱਲ ਖੁਸ਼ਹਾਲੀ ਦੀ ਕਰਦੇ ਸੀ ਤੇ ਹੋ ਗਿਆ ਹੋਰ ਦੀ ਹੋਰ ਕੁਛ। ਅਮਰਿੰਦਰ ਸਿੰਘ ਹੁਣੀ ਆਏ, ਉਹ ਵੀ ਕਹਿੰਦੇ ਹੁੰਦੇ ਸੀ ਜੀ ਪੰਜਾਬ ਨੂੰ ਸੁਰਗ ਬਣਾ ਦਿਆਂਗੇ ਜੀ। ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ, ਪਹਿਲਾਂ ਤਾਂ ਕਿਹਾ ਸੀ ਕਿ ਮੇਰੀ ਇਹ ਆਖਰੀ ਇਲੈਕਸ਼ਨ ਹੈ ਤੇ ਮੁੜ ਕੇ ਉਹਨਾਂ ਨੇ ਕਹਿ ਦਿੱਤਾ ਸੀ ਜਿੰਨੀ ਦੇਰ ਪੰਜਾਬ ਦੇ ਹਾਲਾਤ ਨਹੀਂ ਸੁਧਰਦੇ ਤੇ ਅਸੀਂ ਸੇਵਾ ਕਰਨੀ ਹਾਜ਼ਰ ਰਵਾਂਗੇ। ਫਿਰ ਇੱਕ ਨਵੀਂ ਪਾਰਟੀ ਆ ਗਈ। ਨਵੀਂ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਅੱਖਾਂ ਤੇ ਬਿਠਾਇਆ ਜੀ।
10 ਕੁ ਸਾਲ ਪਹਿਲਾਂ ਨਵੀਂ ਪਾਰਟੀ ਬਣੀ ਸੀ 12 'ਚ, ਹੂੰ 14 ਦੇ ਵਿੱਚ ਹੁੰਦੀ ਹੈ ਪਾਰਲੀਮੈਂਟ ਦੀ ਇਲੈਕਸ਼ਨ। ਜੀ ਦਿੱਲੀ ਦੇ ਵਿੱਚ ਇਹਨਾਂ ਨੇ ਚੋਣ ਲੜੀ ਸੀ ਤੇ ਦਿੱਲੀ ਦੀ ਪਹਿਲੀ ਚੋਣ ਦੇ ਵਿੱਚ ਇਹਨਾਂ ਨੂੰ ਸਪਸ਼ਟ ਬਹੁਮਤ ਨਹੀਂ ਸੀ ਮਿਲਿਆ ਤੇ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਕਾਂਗਰਸ ਨਾਲ ਮਿਲ ਕੇ ਆਪਣੀ ਸਰਕਾਰ ਬਣਾਈ ਸੀ। 49 ਦਿਨਾਂ ਬਾਅਦ ਉਹ ਸਰਕਾਰ ਟੁੱਟ ਗਈ ਸੀ ਜੀ। ਦੁਬਾਰਾ ਫਿਰ ਇਲੈਕਸ਼ਨ ਹੁੰਦੀ ਹੈ ਤੇ ਉਸ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਪੂਰਨ ਬਹੁਮਤ ਮਿਲ ਗਿਆ ਸੀ। ਪਾਰਲੀਮੈਂਟ ਦੀ ਚੋਣ ਹੁੰਦੀ ਹੈ। ਕੇਜਰੀਵਾਲ ਸਾਹਿਬ ਨੇ ਸਾਰੇ ਦੇਸ਼ ਦੇ ਵਿੱਚ ਚੋਣਾਂ ਲੜਨ ਦਾ ਫੈਸਲਾ ਕਰ ਲਿਆ ਸੀ ਤੇ ਆਪ ਵਾਰਾਣਸੀ ਤੋਂ ਖੜੇ ਹੋ ਗਏ ਸੀ ਜਾ ਕੇ ਪ੍ਰਧਾਨ ਮੰਤਰੀ ਦੇ ਮੁਕਾਬਲੇ 'ਚ ਕਿ ਜੀ ਅਸੀਂ ਪ੍ਰਧਾਨ ਮੰਤਰੀ ਦਾ ਮੁਕਾਬਲਾ ਕਰਾਂਗੇ, ਲੇਕਿਨ ਆਪ ਵੀ ਹਾਰ ਗਏ ਤੇ ਸਾਰੇ ਹਿੰਦੁਸਤਾਨ 'ਚ ਹਾਰ ਗਏ ਸੀ। ਇਹ ਇਕੱਲਾ ਪੰਜਾਬ ਸੀ ਜਿਹਨੇ ਇਹਨਾਂ ਨੂੰ 4 ਸੀਟਾਂ ਜਿਤਾਈਆਂ ਸੀ ਜੀ ਤੇ 2 ਸੀਟਾਂ ਦੇ ਉੱਤੇ ਨੰਬਰ 2 ਤੇ ਆਏ ਸੀ। ਬਾਕੀ ਵੀ ਜਿਹੜੀਆਂ ਸਨਮਾਨਯੋਗ ਵੋਟਾਂ ਹਾਸਲ ਕੀਤੀਆਂ ਸੀ ਬਾਕੀ ਸੀਟਾਂ ਤੇ ਵੀ ਜੀ 17 'ਚ ਫਿਰ ਚੋਣਾਂ ਹੁੰਦੀਆਂ। ਇਹਨਾਂ ਨੂੰ ਵਿਰੋਧੀ ਧਿਰ ਦਾ ਰੁਤਬਾ ਮਿਲ ਗਿਆ ਔਰ ਉਦੋਂ ਵੀ ਇਹ ਕਹਿੰਦੇ ਸੀ ਬਦਲਾਅ ਲੈ ਕੇ ਆਵਾਂਗੇ ਜੀ। ਬਦਲਾਅ ਜ਼ਰੂਰ ਹੋਇਆ, ਇਹਨਾਂ ਦੇ ਆਪਣੇ ਵਾਲੇ ਹਿਸਾਬ 'ਚ ਬਦਲਾਅ ਹੋ ਗਿਆ। ਲੇਕਿਨ ਫਿਰ ਆਉਂਦੀ ਹੈ 2022 ਦੀ ਇਲੈਕਸ਼ਨ। 2022 ਦੀ ਇਲੈਕਸ਼ਨ ਵਾਸਤੇ ਵੀ ਇਹਨਾਂ ਨੇ ਆਪਦਾ ਲੰਗਰ ਲਗੋਟਾ ਪਹਿਲਾਂ ਹੀ ਕੱਸਿਆ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ। ਲੇਕਿਨ ਇਸੇ ਸਮੇਂ ਦੌਰਾਨ ਇੱਕ ਜਿਹੜੀ ਗਲਤੀ ਹੋ ਗਈ ਨਰਿੰਦਰ ਮੋਦੀ ਹੋਰਾਂ ਤੋਂ ਜੀ, ਕਾਰਪੋਰੇਟ ਘਰਾਣਿਆਂ ਨੂੰ ਸੰਤੁਸ਼ਟ ਕਰਨ ਵਾਸਤੇ, ਜੋ ਉਹਨਾਂ ਨੂੰ ਵਾਗੋ ਵਾਗ ਕਰਨ ਵਾਸਤੇ ਜਾਂ ਉਹਨਾਂ ਨੂੰ ਮੁਨਾਫਾ ਘਟਾਉਣ ਵਾਸਤੇ ਐਗਰੀਕਲਚਰ ਸੈਕਟਰ ਜਿਹੜਾ ਉਹਨਾਂ ਦੇ ਹਵਾਲੇ ਕਰਨ ਦਾ ਇੱਕ ਫੈਸਲਾ ਕਰਕੇ ਜੀ 3 ਕਾਲੇ ਕਾਨੂੰਨ ਬਣਾਤੇ ਸੀ ਜੀ। ਉਹਨਾਂ ਕਾਲੇ ਕਾਨੂੰਨਾਂ ਦਾ ਮੇਰਾ ਨਹੀਂ ਖਿਆਲ ਕਿ ਨਰਿੰਦਰ ਮੋਦੀ ਸਾਹਿਬ ਨੂੰ ਪਤਾ ਸੀ ਕਿ ਇੰਨਾ ਸਖਤ ਵਿਰੋਧ ਹੋਊਗਾ। ਬਿਲਕੁਲ ਤੇ ਉਹ ਵਿਰੋਧ ਸ਼ੁਰੂ ਹੋਇਆ ਸੀ ਪੰਜਾਬ ਤੋਂ ਹੋ ਕੇ ਉਹ ਵਿਰੋਧ ਸੰਸਾਰ ਵਿਆਪੀ ਰੂਪ ਅਖਤਿਆਰ ਕਰ ਗਿਆ ਸੀ। ਜਦੋਂ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਮਹੀਨਿਆਂ ਬੱਧੀ ਕਿਸਾਨ ਬੈਠੇ ਰਹੇ ਸੀ ਜੀ ਜੀ ਤੇ ਹੌਲੀ ਹੌਲੀ ਫਿਰ ਉਹ ਕਿਸਾਨ ਜਿਹੜੇ ਆ ਦਿੱਲੀ ਵੱਲ ਨੂੰ ਖਿਸਕੇ। ਰਸਤੇ 'ਚ ਰੁਕਾਵਟਾਂ ਬੜੀਆਂ ਪਈਆਂ, ਬਹੁਤ ਵੱਡੀਆਂ ਜਿਹੜੀਆਂ ਸੜਕਾਂ ਦੀ ਭੰਨ ਤੋੜ ਕੀਤੀ, ਲੇਕਿਨ ਇਹ ਪਹੁੰਚ ਗਏ ਜੀ। ਮੇਰਾ ਖਿਆਲ ਹੈ ਜੇ ਦਾਨੇਵਾਲੀਆ ਸਾਹਿਬ ਕਿਸਾਨਾਂ ਨੂੰ ਨਾ ਰੋਕਦੇ ਤੇ ਇਹਨਾਂ ਨੇ ਸਿੱਧਾ ਜੰਤਰ ਮੰਤਰ ਤੇ ਬਹਿ ਜਾਣਾ ਸੀ ਆ ਕੇ ਜੀ ਤੇ ਜਾਂ ਰਾਮਲੀਲਾ ਗਰਾਊਂਡ ਘੇਰੇ 'ਚ ਆ ਜਾਣਾ ਸੀ। ਲੇਕਿਨ ਕੁਦਰਤ ਮਦਦ ਕਰਦੀ ਹੈ ਜੀ, ਉਹਨਾਂ ਨੇ ਪਹਿਲਾਂ ਹੀ ਰੋਕ ਲਿਆ ਤੇ ਦਿੱਲੀ ਘੇਰੇ 'ਚ ਆ ਗਈ। ਦਿੱਲੀ ਘੇਰੇ 'ਚ ਆ ਗਈ ਤੇ ਦਿੱਲੀ ਨੂੰ ਫਿਰ ਮੁਕਤ ਕਰਾਉਣ ਵਾਸਤੇ ਅਦਾਲਤਾਂ 'ਚ ਵੀ ਬੜਾ ਕੁਛ ਹੋਇਆ, ਸਾਰਾ ਕੁਛ ਕੀਤਾ ਕਰਾਇਆ। ਲੇਕਿਨ ਅਦਾਲਤਾਂ ਵੀ ਕਹਿੰਦੀਆਂ ਸੀ ਇਹਨਾਂ ਦਾ ਜਮਹੂਰੀ ਹੱਕ ਹੈ। ਮੇਰੀ ਸਮਝ ਇਹ ਬਣਦੀ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦਾ ਜਿਹੜਾ ਸਭ ਤੋਂ ਸੌਖਾ ਰਸਤਾ ਸੀ ਜੀ, ਸੱਤਾ ਵਾਲਾ ਜਿਹੜਾ ਹੈਗਾ ਅਸਮਾਨ ਤੇ ਚੜ੍ਹਨ ਵਾਸਤੇ ਜਿਹੜੀ ਪੌੜੀ ਪ੍ਰੋਵਾਈਡ ਕੀਤੀ ਸੀ ਕਿਸਾਨ ਅੰਦੋਲਨ ਨੇ ਕੀਤੀ। ਬਿਲਕੁਲ ਸਹੀ ਗੱਲ, ਉਹਨਾਂ ਨੇ ਹੌਸਲਾ ਦਿੱਤਾ, ਉਹਨਾਂ ਨੇ ਜਾਗਰੂਕਤਾ ਪੈਦਾ ਕੀਤੀ। ਬਿਲਕੁਲ ਲੋਕਾਂ ਦੇ ਵਿੱਚੋਂ ਸਿਆਸਤਦਾਨਾਂ ਦਾ ਤੇ ਸਟੇਟ ਦਾ ਡਰ ਕੱਢਿਆ। ਜਦੋਂ ਡਰ ਨਿਕਲ ਗਿਆ ਨਾ ਤੇ ਡਰ ਨਿਕਲ ਤੋਂ ਬਾਅਦ ਲੋਕ ਫਿਰ ਸਵਾਲ ਕਰਨ ਲੱਗ ਗਏ ਤੇ ਸੀਟਾਂ 92 ਆ ਗਈਆਂ ਜਿਹੜੀਆਂ ਅੱਜ ਤੱਕ ਕਿਸੇ ਨੂੰ ਨਹੀਂ ਆਈਆਂ ਸੀ। 92 ਸੀਟਾਂ ਆ ਗਈਆਂ। ਕਹਿੰਦੇ ਜੀ ਬਦਲਾਅ ਕਰਦੇ, ਹੁਣ ਬਦਲਾਅ ਤਾਂ ਕੋਈ ਹੋਇਆ ਨਹੀਂ, ਗੱਲ ਤਾਂ ਉੱਥੇ ਖੜੋਤੀ। ਹੁਣ ਇਹ ਲੈ ਲਓ ਸ਼ਰਾਬ ਦੀ ਫੈਕਟਰੀ ਦੀ ਗੱਲ ਕਰ ਲੈ ਜੀ, ਹਾਈ ਕੋਰਟ ਦਾ ਫੈਸਲਾ ਹੈ। ਦਾਨੇਵਾਲੀਆ ਸਾਹਿਬ ਫੈਸਲੇ ਤਾਂ ਸੁਪਰੀਮ ਕੋਰਟ ਦੇ ਵੀ ਬੜੇ ਆਉਂਦੇ, ਰਾਹ ਖੋਲ੍ਹਦੇ, ਲੇਕਿਨ ਰਾਹ ਖੁੱਲ੍ਹ ਨਹੀਂ ਸਕਦੇ ਸੀ ਤੇ ਅਲਟੀਮੇਟਲੀ ਫਿਰ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਖੁਦ ਪ੍ਰਧਾਨ ਮੰਤਰੀ ਨੂੰ ਵੈਗ ਗੇਅਰ ਪਾਉਣਾ ਪੈ ਗਿਆ ਸੀ ਤੇ ਮਾਫੀ ਵੀ ਮੰਗਣੀ ਪਈ ਸੀ। ਹੁਣ ਇੱਥੇ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਸਿੰਗਲ ਬੈਂਚ ਦਾ ਫੈਸਲਾ, ਸਿੰਗਲ ਬੈਂਚ ਦੀ ਹਦਾਇਤ ਕਿ 5 ਕਰੋੜ ਦੇ ਦਿਓ, 15 ਕਰੋੜ ਦੇ ਦਿਓ, 20 ਕਰੋੜ ਜਮ੍ਹਾਂ ਕਰਵਾਤਾ ਤੇ ਵਿਰੋਧ ਪੂਰਾ ਹੀ ਨਹੀਂ ਕੀਤਾ, ਜਮ੍ਹਾਂ ਹੀ ਨਹੀਂ ਜੀ। ਮੈਂ ਕਹਿੰਦਾ ਐਡਵੋਕੇਟ ਜਨਰਲ ਬੋਲੇ ਹੀ ਨਹੀਂ ਕਿ ਜੀ ਅਜਿਹਾ ਕਿਉਂ ਹੋਇਆ ਤੇ ਜੇ ਉਹਦਾ ਵਿਰੋਧ ਹੋਣਾ ਸੀ ਉਹਨਾਂ ਦਾ ਕਾਰਨ ਕੀ ਹੈ। ਮੈਂ ਪਹਿਲਾਂ ਧਿਆਨ ਨਾਲ ਨਹੀਂ ਸੁਣਿਆ ਸੀ ਕਿਉਂਕਿ ਹੁਣ ਜਦੋਂ ਦਿਲਚਸਪੀ ਵੱਧ ਜਾਂਦੀ ਹੈ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ ਜੀ। ਮੈਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮਰਤਾ ਸਿੰਘ ਉਹਨਾਂ ਦੀ ਤਕਰੀਰ ਸੁਣੀ। ਕੁਝ ਦਿਨ ਪਹਿਲਾਂ ਉਹ ਕਿਸਾਨਾਂ 'ਚ ਜਾਂਦੇ ਹੈ, ਨਾਲ DIG SSP ਵਗੈਰਾ ਸਾਰੇ ਖਲੋਤੇ ਹੈ ਤੇ ਉਹ ਜਾ ਕੇ ਐਡਰੈਸ ਕਰਦੇ ਹੈ ਉਸੇ ਥਾਂ ਦੇ ਉੱਤੇ ਧਰਨਾ ਲੱਗੇ। ਪਹਿਲਾਂ ਉਹ ਮੈਡਮ ਜੀ ਪੁੱਛਦੇ ਵੀ ਇੱਥੇ ਬੀਬੀਆਂ ਹੈਗੀਆਂ, ਮੈਂ ਬੀਬੀਆਂ ਨਾਲ ਗੱਲ ਕਰਨੀ, ਮੈਂ ਪਹਿਲਾਂ ਵੀ ਬੀਬੀਆਂ ਨਾਲ ਗੱਲ ਕਰਕੇ ਗਈ ਸੀ। ਕਹਿੰਦੇ ਸਾਰੇ ਬੈਠੇ ਗੱਲ ਕਰ ਲਓ। ਉਹਨਾਂ ਨੇ ਆਪਣਾ ਭਾਸ਼ਣ ਸ਼ੁਰੂ ਕਰਤਾ ਤੇ ਭਾਸ਼ਣ ਦੇ ਵਿੱਚ ਉਹ ਪੁੱਛਦੇ ਵੀ ਤੁਹਾਨੂੰ ਇਹ ਪਤਾ ਹੈ ਕਿ ਹਾਈ ਕੋਰਟ ਦਾ ਫੈਸਲਾ ਕੀ ਹੈ, ਤੁਹਾਨੂੰ ਪਤਾ ਹੈ? ਵਾਰ-ਵਾਰ ਕਹਿੰਦੇ ਨਹੀਂ, ਜੇ ਕਿਸੇ ਨੂੰ ਪਤਾ ਤਾਂ ਮੈਨੂੰ ਦੱਸੋ। ਕੋਈ ਨਹੀਂ। ਫਿਰ ਮੈਡਮ ਜੀ ਕਹਿੰਦੇ ਮੇਰੇ ਕੋਲੇ ਤੁਹਾਡੇ ਲੋਕ ਆਉਂਦੇ ਹੈ, ਤੁਹਾਡੇ ਵਿੱਚੋਂ ਆਉਂਦੇ ਹੈ, ਉਹ ਆ ਕੇ ਕਹਿੰਦੇ ਆ ਜੀ ਅਸੀਂ ਧਰਨਾ ਚੁੱਕਣ ਨੂੰ ਤਿਆਰ ਹਾਂ ਪਰ ਤੁਹਾਡੇ ਲੀਡਰ ਨਹੀਂ ਮੰਨਦੇ। ਜਦੋਂ ਇਹ ਗੱਲ ਕਹੀ ਤੇ ਇੱਕ ਬੰਦੇ ਨੇ ਨਾਅਰਾ ਲਾਤਾ ਵੀ ਦੱਸੋ ਧਰਨਾ ਚੁੱਕਣ ਨੂੰ ਤਿਆਰ ਹਾਂ, ਤੇ ਵਿੱਚੋਂ ਆਵਾਜ਼ਾਂ ਆਉਂਦੀਆਂ ਨਹੀਂ ਨਹੀਂ ਨਹੀਂ। ਗੱਲ ਸਾਫ਼ ਹੋ ਗਈ। ਕਿਸੇ ਨੂੰ ਪਤਾ ਵੀ ਹਾਈ ਕੋਰਟ ਦਾ ਫੈਸਲਾ ਕੀ ਹੈ? ਕਿਸੇ ਨੂੰ ਕੋਈ ਪਤਾ ਨਹੀਂ, ਕੋਈ ਨਹੀਂ ਬੋਲਿਆ। ਕਹਿੰਦੇ ਤੁਸੀਂ ਦੱਸ ਦਿਓ। ਕਹਿੰਦੀ ਫਿਰ ਮੈਂ ਦੱਸ ਦਿਆਂ। ਲਓ ਜੀ
ਇਹ ਹੁਣ ਤੁਸੀਂ ਦੇਖੋ ਕਿ ਉਹਨਾਂ ਨੂੰ ਉਠਾਉਣ ਦਾ, ਧਰਨਾ ਚੁਕਵਾਉਣ ਦਾ ਇੱਕ ਯਤਨ ਹੈ ਜਾਂ ਉਹਨਾਂ ਨੂੰ ਧਮਕਾਉਣ ਦਾ ਯਤਨ। ਉਹ ਕਹਿੰਦੇ ਜੀ ਹਾਈ ਕੋਰਟ ਨੇ ਫੈਸਲਾ ਕਰਤਾ ਸੀ, 1 ਤਾਰੀਖ ਤੇ ਕਹਿਤਾ ਸੀ 5 ਕਰੋੜ ਦੇ ਦਿਓ, ਸਾਡੀ ਸਰਕਾਰ ਨੇ, ਤੁਹਾਡੀ ਸਰਕਾਰ ਨੇ ਜਮ੍ਹਾਂ ਕਰਵਾਤਾ। ਦੂਜੀ ਵਾਰੀ ਕਹਿੰਦੇ 15 ਕਰੋੜ ਕਰਾ ਦਿਓ, ਜਮ੍ਹਾਂ ਉਹ ਵੀ ਕਰਵਾਤਾ। ਤੇ ਹਾਈ ਕੋਰਟ ਨੇ ਕਿਹਾ ਕਿ ਜਿਹੜਾ ਤੁਸੀਂ ਜਮ੍ਹਾਂ ਕਰਵਾਤਾ, ਜਿਹੜੇ ਧਰਨਾਕਾਰੀ ਹੈ ਵਸੂਲਣਾ ਉਹਨਾਂ ਤੋਂ ਹੈ। ਤੇ ਐਡਰੈਸ ਮੰਗ ਲਿਆ ਜੀ ਸਾਰਿਆਂ ਦੇ ਨਾਮ ਮੰਗ ਲਏ ਤੇ ਅਸੀਂ ਦੇਤੇ ਆ। ਮੈਨੂੰ ਕਹਿੰਦੇ ਐਫੀਡੈਵਿਟ ਦੇਣਾ ਪੈਣਾ, ਮੈਥੋਂ ਐਫੀਡੈਵਿਟ ਦੇ ਰੂਪ ਦੇ ਵਿੱਚ ਮੰਨਣਾ ਤੇ ਮੈਨੂੰ ਦੇਣਾ ਪੈਣਾ। ਫਿਰ ਜੀ ਉਹ ਸਾਰਾ ਕੁਝ ਕਰਨਗੇ, ਉਹ ਫਿਰ ਹਾਈ ਕੋਰਟ ਹੁਕਮ ਕਰੂਗੀ, ਫਿਰ ਉਗਰਾਹੀ ਹੋਣੀ ਹੈ। ਤੇ ਧਰਨਾ ਤੁਸੀਂ ਚੁੱਕੋ, 300 ਮੀਟਰ ਤੇ ਚਲੇ ਜਾਓ, ਚੱਲਣ ਦਿਓ ਕੰਮ, ਇੱਥੇ ਤੁਹਾਨੂੰ ਡੈਮੋਕ੍ਰੇਟਿਕ ਰਾਈਟ ਹੈ ਵਗੈਰਾ ਵਗੈਰਾ। ਉਹ ਕਹਿੰਦੇ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ। ਅਖੀਰ ਜੀ ਉਹ ਮੈਡਮ ਦੀ ਗੱਲਬਾਤ ਵਿਚਾਲੇ ਰਹਿ ਗਈ ਤੇ ਉਹ ਵਾਪਸ ਆ ਗਈ। ਹੁਣ ਇਹਦੇ ਤੇ ਤੁਸੀਂ ਦੇਖੋ ਕਿ ਇਸ ਢੰਗ ਦੇ ਨਾਲ ਆਮ ਤੌਰ ਦੇ ਉੱਤੇ ਹੁਣ ਫਿਰ ਮੁੜ ਕੇ ਆਪਣਾ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਰਖਵਾਤੀ। ਉੱਥੇ ਕੀ ਨਿਕਲਣਾ ਸੀ? ਦਾਨੇਵਾਲੀਆ ਸਾਹਿਬ ਨੇ ਨਹੀਂ ਮੁੱਖ ਮੰਤਰੀ ਨਾਲ ਮੀਟਿੰਗ ਕਦੋਂ ਰਖਵਾਈ ਜਾਂਦੀ ਹੈ? ਬੜੇ ਵਾਰੀ ਆਪਾਂ ਦੇਖਿਆ ਕਿ ਜਦੋਂ ਗੱਲ ਫੈਸਲਾ ਪਹਿਲਾਂ ਗਰਾਊਂਡ ਲੈਵਲ ਤੇ ਕੰਮ ਹੁੰਦਾ ਹੈ, ਗਰਾਊਂਡ ਲੈਵਲ ਤੇ ਕੰਮ ਹੋ ਕੇ ਉਹਦਾ ਜਿਹੜਾ ਸਾਰ ਬਣਾ ਲਿਆ ਜਾਂਦਾ, ਪਾਹਾ ਬਣਾ ਲਿਆ ਜਾਂਦਾ ਵੀ ਕੰਮ ਆਪਾਂ ਲਾਉਣਾ, ਸਾਰਾ ਕੁਝ ਕਰਾ ਕੇ ਕਿ ਤੁਹਾਡੀ ਮੀਟਿੰਗ ਉਹਨਾਂ ਨਾਲ ਕਰਵਾ ਦਿੰਦੇ ਤੇ ਉਹਦੇ ਤੋਂ ਸਹੀ ਪਵਾ ਦਿੰਦੇ ਵੀ ਹਾਂ ਠੀਕ ਹੈ। ਉਹਨੂੰ ਕਨਵਿੰਸ ਕੀਤਾ ਜਾਂਦਾ ਮੁੱਖ ਮੰਤਰੀ ਜੀ। ਜਾਂ ਜਿੰਨੀਆਂ ਵੀ ਮੀਟਿੰਗਾਂ ਹੁੰਦੀਆਂ ਹੈ ਜਿਹੜੀਆਂ ਆਮ ਤੌਰ ਉੱਤੇ ਪਹਿਲਾਂ ਅਧਿਕਾਰੀ ਕਰਦੇ ਹੈ, ਅਧਿਕਾਰੀ ਕਰਕੇ ਮੀਟਿੰਗਾਂ ਤੇ ਅਧਿਕਾਰੀ ਇੱਕ ਗਰਾਊਂਡ ਤਿਆਰ ਕਰਦੇ ਹੈ ਜੀ। ਜਦੋਂ ਗਰਾਊਂਡ ਤਿਆਰ ਹੋ ਜਾਂਦੀ ਤੇ ਫਿਰ ਉਹ ਤੋਂ ਬਾਅਦ ਉਹ ਜਾਂਦੇ ਵੀ ਆ ਲਓ ਜੀ ਆਪਾਂ ਗਰਾਊਂਡ ਤਿਆਰ ਕਰ ਲਈ ਤੇ ਇਹ ਤੇ ਕਰ ਲਓ। ਗਰਾਊਂਡ ਤਿਆਰ ਹੋਈ ਜੀ, ਮੁੱਖ ਮੰਤਰੀ ਸਾਹਿਬ ਕੋਲੇ ਲੈ ਗਏ ਜੀ ਤੇ ਮੁੱਖ ਮੰਤਰੀ ਸਾਹਿਬ ਨੇ ਨਾਲ ਗੱਲ ਕੀਤੀ ਜੀ ਠੀਕ ਹੈ। ਬਾਹਰ ਆ ਕੇ ਕਹਿੰਦੇ ਜੀ ਕੋਈ ਗੱਲ ਨਹੀਂ। ਤੇ ਫਿਰ ਉੱਥੇ ਜਿਹੜੇ ਹੈਗੇ ਆਪਣੇ ਐਗਰੀਕਲਚਰ ਮਿਨਿਸਟਰ ਭੇਜਤੇ। ਐਗਰੀਕਲਚਰ ਮਿਨਿਸਟਰ ਭੇਜ ਗਏ ਤੇ ਐਗਰੀਕਲਚਰ ਮਿਨਿਸਟਰ ਦੀ ਹਾਲਤ ਵੀ ਵਿਚਾਰੇ ਦੀ ਉਹੀ ਹੋ ਗਈ। ਜਦੋਂ ਕਹਿੰਦੇ ਜੀ ਮੁੱਖ ਮੰਤਰੀ ਨੇ ਕਿਹਾ ਸੀ ਕਿਸੇ ਬੰਦੇ ਨੂੰ ਨਹੀਂ ਅਸੀਂ ਅਰੈਸਟ ਕਰਾਂਗੇ, ਬੰਦੇ ਅਰੈਸਟ ਕਰ ਲਏ। ਉਹ ਕਹਿੰਦੇ ਪੁੱਛੋ ਆਈ ਜੀ ਸਾਹਿਬ ਤੁਹਾਡੇ ਕੋਲੇ ਬੈਠੇ ਹੈ। ਆਈ ਜੀ ਸਾਹਿਬ ਕੋਲੇ ਬੈਠੇ, ਉਹ ਕਹਿੰਦੇ ਆਈ ਜੀ ਸਾਹਿਬ ਇਹਨਾਂ ਦੇ ਬੰਦੇ ਡਿਟੇਨ ਕੀਤੇ। SSP ਮੈਡਮ ਕਹਿੰਦੇ ਜੀ ਛੱਡਤੇ। ਆਈ ਜੀ ਕਹਿੰਦੇ ਜੀ ਛੱਡਤੇ। ਉਹ ਕਹਿੰਦੇ ਜੀ ਨਹੀਂ ਛੱਡੇ। ਫਿਰ ਪਤਾ ਲੱਗਦਾ ਕਹਿੰਦੇ ਜੀ ਨਹੀਂ ਛੱਡਤੇ, ਪਤਾ ਕਰ ਲਓ ਹੁਣ ਪਿੰਡ ਦਾ ਸਰਪੰਚ ਵੀ ਨਾਲ ਹੈ। ਛੱਡਾ ਛੜਾਈ ਹੋ ਗਈ। ਹੁਣ ਉਹਦੇ ਤੋਂ ਗੱਲ ਕਰਕੇ ਫਿਰ ਇਹ ਗਰੰਟੀ ਹੋ ਗਈ ਵੀ ਦੱਸ ਕੇ, ਤੇ ਫਿਰ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ। ਅੱਛਾ ਜੀ। ਮੈਂ ਪਹਿਲੀ ਵਾਰ ਦੇਖਿਆ ਕਿ ਲੋਕ ਜਿਹੜੇ ਜਿਨ੍ਹਾਂ ਨੂੰ ਬੋਲਣ ਇਹ ਤਾਂ ਕਹਿੰਦੇ ਨਾ ਅਸੀਂ ਸਵਾਲ ਕਰਨ ਲਾਤੇ, ਉਹਨਾਂ ਨੇ ਅਸਲ ਦੇ ਵਿੱਚ ਸਵਾਲ ਨਹੀਂ ਕਰਨ ਲਾਤੇ। ਉਹ ਕਹਿੰਦੇ ਤੁਸੀਂ ਦੱਸੋ ਜੀ, ਹਾਂ ਦਲੀਲਾਂ ਕਰਨ ਲਾਤੇ, ਤੁਸੀਂ ਦੱਸੋ ਸਾਡੇ ਨਾਲ ਗੱਲ ਕੀ ਹੈ। ਇੱਕ ਬੰਦਾ ਹਟਦਾ ਦੂਜਾ ਲੱਗ ਜਾਂਦਾ, ਮੈਕ ਫੜ ਲੈਂਦਾ। ਮੰਤਰੀ ਜੀ ਧਾਲੀਵਾਲ ਸਾਹਿਬ ਪਾਸੇ ਹੋਏ ਖਲੋਤੇ। ਉਹ ਕਹਿੰਦੇ ਜੀ ਤੁਸੀਂ 1 ਮਹੀਨੇ ਦਾ ਟਾਈਮ ਮੰਗਦੇ ਹੋ, ਦੇ ਦਿੰਦੇ ਆ ਟਾਈਮ, ਪਰ ਇਤਵਾਰ ਕਿੱਥੋਂ ਲੈ ਕੇ ਗਏ? ਕੀ 1 ਮਹੀਨੇ 'ਚ ਹੋ ਜਾਊਗਾ ਸਾਰਾ ਕੁਝ? ਫਿਰ ਉਹਨਾਂ ਨੇ ਕਿਹਾ ਜੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਕੁਲਤਾਰ ਸਿੰਘ ਸੰਧਵਾ ਨੇ 1.5 ਮਹੀਨੇ ਦਾ ਸਮਾਂ ਲਿਆ ਸੀ ਜੀ। ਹੋਇਆ ਕੀ? ਕੁਝ ਵੀ ਨਹੀਂ। ਉੱਥੇ ਉਹ ਵੀ ਹੈ। ਤੁਸੀਂ ਹੁਣੇ ਦੱਸੋ ਜੀ ਡਿਟੇਨ ਕਰੋਗੇ? ਕਹਿੰਦੇ ਜੀ ਨਹੀਂ ਕਰਦੇ। ਸਾਰਾ ਕੁਝ ਕਹਿਤਾ, ਕਿਸੇ ਨੂੰ ਕੋਈ ਡਿਟੇਨ ਨਹੀਂ ਕਰਦੇ, ਤੁਸੀਂ ਬੈਠੋ ਜੀ। ਤੇ ਅਜੇ ਜਿਹੜੇ ਮੰਤਰੀ ਜੀ ਮੇਰੇ ਖਿਆਲ ਚੰਡੀਗੜ੍ਹ ਨਹੀਂ ਪਹੁੰਚੇ ਸੀ ਤੇ ਐਕਸ਼ਨ ਸ਼ੁਰੂ ਹੋ ਗਿਆ ਸੀ। ਇਹਦਾ ਹੁਣ ਨਤੀਜਾ ਕੀ ਹੈ ਵੀ ਉਹ ਕਹਿੰਦੇ ਜੀ ਇਹਨਾਂ ਦਾ ਕਸੂਰ ਕੋਈ ਨਹੀਂ, ਇਹਨਾਂ ਨੂੰ ਇੰਡਸਟਰੀ ਦੇ ਵਿਰੋਧ 'ਚ। ਹੁਣ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਕਿ ਵਿਕਾਸ ਕਿਵੇਂ ਹੋਊਗਾ। ਦਾਨੇਵਾਲੀਆ ਸਾਹਿਬ ਜਿਹੜੀਆਂ ਗੱਲਾਂ ਉੱਥੋਂ ਨਿਕਲ ਕੇ ਆਉਂਦੀਆਂ ਬੜੀਆਂ ਅਜੀਬੋ-ਗਰੀਬ ਹੈ ਜੀ। ਪਹਿਲੀ ਗੱਲ ਤਾਂ ਇਹ ਕਿ ਜਦੋਂ ਇਸ ਕਿਸਮ ਦੀ ਕੋਈ ਫੈਕਟਰੀ ਲਾਈ ਜਾਂਦੀ ਹੈ, ਇਸ ਕਿਸਮ ਦਾ ਕੋਈ ਪ੍ਰੋਜੈਕਟ ਲਾਇਆ ਜਾਂਦਾ ਹੈ, ਉਹਦੇ ਵਾਸਤੇ ਇੱਕ ਜਨਤਕ ਸੁਣਵਾਈ ਹੁੰਦੀ ਹੈ। ਬਿਲਕੁਲ ਹੁੰਦੀ ਹੈ ਜੀ। ਲੋਕਾਂ ਤੋਂ ਪੁੱਛਿਆ ਜਾਂਦਾ ਕੀ ਕਰੀਏ ਜੀ। 80% ਲੋਕ ਕਹਿਣਗੇ ਜੀ ਲਾ ਲਓ ਤਾਂ ਠੀਕ ਹੈ। ਕਹਿੰਦੇ ਉਸ ਜਨਤਕ ਸੁਣਵਾਈ ਦੇ ਵਿੱਚ ਹਲਕੇ ਦੇ ਉਸ ਇਲਾਕੇ ਦੇ ਪ੍ਰਭਾਵਿਤ ਲੋਕਾਂ ਨੂੰ ਬੁਲਾਇਆ ਹੀ ਨਹੀਂ ਗਿਆ। ਦੱਸੋ। ਤੇ ਬੰਦੇ ਗੱਡੀਆਂ 'ਚ ਚੜਾ ਕੇ ਲਿਆਂਦੇ, ਕਿੱਥੋਂ ਗਏ? ਫਰੀਦਕੋਟ ਤੋਂ। ਉਹਨਾਂ ਤੋਂ ਆ ਕੇ ਜੀ ਦਸਤਖਤ। ਉਹਦਾ ਫਿਰ MLA ਸਾਹਿਬ ਸੀਗੇ। ਇਹ MLA ਬਣ ਤੋਂ ਪਹਿਲਾਂ ਦੀ ਗੱਲ ਹੈ। ਮੇਰੇ ਕਦੋਂ ਬਣੇ MLA ਤਾਂ ਜਦੋਂ ਬਾਦਲਾਂ ਦੀ 7 ਵਾਲੀ ਸਰਕਾਰ, 97 ਵਾਲੀ ਕਿ 7 ਵਾਲੀ? ਇਹ 6 'ਚ ਲੱਗੇ। ਇਹ 7 ਨਹੀਂ ਜੀ, 7 'ਚ ਤਾਂ ਕਿੱਕੀ ਸੀਗਾ। ਤੇ ਮੈਂ ਦੱਸਦਾ ਨਹੀਂ ਸ਼੍ਰੀਮਾਨ ਜੀ, ਜਦੋਂ ਮੈਂ ਦੱਸਦਾ ਤੁਹਾਨੂੰ, ਇਹ ਬੜਿਆ 7 ਤੋਂ ਬਾਅਦ ਬਣਦੀ ਆ 12 ਵਾਲੀ 'ਚ MLA। ਹਾਂ ਇਹ ਹੈ ਵੱਡੀ ਗੱਲ। ਇਹ ਹੈ ਕਿ ਉਸ ਵੇਲੇ ਕਹਿੰਦੇ ਜੀ ਇਹ ਸਾਰਾ ਕੁਝ ਹੋ ਗਿਆ, ਸਾਰਾ ਕੁਝ ਹੋ ਗਿਆ, ਉਹ ਪਵਾ ਲਈ। ਹੁਣ ਅਗਲੀ ਗੱਲ ਦਾਨੇਵਾਲੀਆ ਸਾਹਿਬ ਇਹ ਹੈ ਕਿ ਜਿੱਥੇ ਇਸ ਕਿਸਮ ਦਾ ਪ੍ਰੋਜੈਕਟ ਲੱਗਦਾ ਉੱਥੇ ਦਰਖਤ ਲਾਉਣੇ ਹੁੰਦੇ। ਉਹ ਤਾਂ ਪਰਸੈਂਟੇਜ ਹੁੰਦੀ ਹੈ ਜੀ। ਇਹ ਤਾਂ ਛੱਡੋ, ਤੁਹਾਡੇ ਸ਼ੈਲਰ ਨਹੀਂ ਜਿਹੜੇ ਸੇਲਾ ਵਾਲੇ, ਇਹਦੇ ਵਿੱਚ ਪਾਣੀ ਬਾਹਰ ਨਿਕਲਦਾ, ਬੋਇਲਰ ਦਾ ਪਾਣੀ ਜਿਹੜਾ ਵਾਲਦੇ ਆ ਚੌਲ, ਉਹਨੂੰ ਡਿਸਪੋਜ਼ ਆਫ ਕਰਨ ਦੇ ਲਈ 1 ਏਕੜ 2 ਏਕੜ ਰਿਜ਼ਰਵ ਕੀਤੇ ਹੁੰਦੇ ਆ। ਚਲੋ ਤੁਸੀਂ ਗੱਲ ਸੁਣੋ ਅੱਗੇ ਤਾਂ ਤੁਸੀਂ ਸੁਣੋਗੇ ਹੈਰਾਨ ਰਹਿ ਜਾਓਗੇ ਤੁਸੀਂ ਜੀ। ਇਹ ਜਿੱਥੇ ਮਨਸੂਰ ਵਾਲਾ ਦੇ ਵਿੱਚ ਇਹ ਲੱਗੀ ਹੋਈ ਹੈ ਫੈਕਟਰੀ,
ਉੱਥੇ ਪਹਿਲਾਂ ਕਹਿੰਦੇ ਨਜ਼ਦੀਕ ਸ਼ੂਗਰ ਫੈਡ ਹੁੰਦੀ ਸ਼ੂਗਰ ਜੀਰਾ ਕੋਆਪਰੇਟਿਵ ਸ਼ੂਗਰ ਮਿਲ ਸੀ, ਜਿਹੜੀ ਉਹ ਸ਼ੂਗਰ ਮਿਲ ਸੀ। ਸ਼ੂਗਰ ਮਿਲ ਦਾ ਜਿਹੜਾ ਹੈਗਾ 40 ਏਕੜ ਦਾ ਰਕਬਾ ਜੰਗਲ ਸੀ। ਹਾਂ ਹੋਊਗਾ, ਉਹ ਤਾਂ ਪੱਕਾ ਹੋਊਗਾ, ਰੱਖਿਆ ਹੋਊਗਾ ਉਹਨਾਂ ਨੇ, ਹਮੇਸ਼ਾ ਵੈਸੇ ਹੀ ਡਿਵੈਲਪਮੈਂਟ ਲਈ ਰੱਖਦੇ ਸੀ। ਇਹਨਾਂ ਨੇ ਕਹਿੰਦੇ ਜੀ ਉਹ ਪਾਣੀ ਉਹਦੇ ਛੱਡਤਾ, ਧੱਕੇ ਨਾਲ 40 ਏਕੜ ਦਾ 40 ਏਕੜ ਜਿਹੜਾ ਜੰਗਲ ਆ ਉਹ ਤਬਾਹ ਹੋ ਗਿਆ। ਦੱਸੋ, ਉਹਦਾ ਹੋਣਾ ਹੀ ਹੈ, ਉਹਦੇ ਵੀ ਖਾਸ ਪੌਦੇ ਹੀ ਲੱਗਦੇ ਉਹਦੇ ਲਈ। ਫਿਰ ਇੱਕ ਹੋਰ ਕੈਨੇਡਾ ਤੋਂ ਇੱਕ ਸਾਇੰਟਿਸਟ ਹੈ ਜਿਹੜਾ ਕੈਨੇਡੀਅਨ ਗਵਰਨਮੈਂਟ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਮੈਂ ਕਿਸੇ ਜਰਨਲਿਸਟ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਜੀ ਉਸ ਬੰਦੇ ਨੇ ਜਿਹੜੀ ਗੂਗਲ ਮੈਪ ਦੇ ਰਾਹੀਂ ਤਸਵੀਰਾਂ ਖਿੱਚੀਆਂ ਸੈਟੇਲਾਈਟ ਰਾਹੀਂ ਜੀ, ਤੇ ਕੋਲ ਦੀ, ਮੈਂ ਤਾਂ ਗਿਆ ਨਹੀਂ ਕਦੇ, ਸ਼ਾਇਦ ਤੁਸੀਂ ਗਏ ਹੋ, ਉੱਥੇ ਕੋਲ ਦੀ ਇੱਕ ਨਾਲਾ ਵੀ ਟੱਪਦਾ ਸੇਮ ਨਾਲਾ, ਉਹਦੇ ਵਿੱਚ ਪਾਣੀ ਸਿੱਟੀ ਜਾਂਦੇ, ਸੇਮ ਨਾਲੇ ਦੇ ਵਿੱਚ ਵੀ ਪਾਣੀ ਸੁੱਟੇ, ਤੇ ਸੇਮ ਨਾਲੇ ਦੇ ਆਲੇ ਦੁਆਲੇ ਜਿਹੜੇ ਖੇਤਾਂ 'ਚ ਲੱਗੇ ਦਰਖਤ ਸੀ ਸਭ ਉਹ ਵੀ ਸੁੱਕ ਗਏ। ਹੁਣ ਤੁਸੀਂ ਦੇਖੋ ਕਿ ਜਿਹੜਾ ਪਾਣੀ ਨਿਕਲਦਾ ਉਹ ਕੈਮੀਕਲ ਕਿੰਨਾ ਖਤਰਨਾਕ ਹੈ, ਇਹਦਾ ਅੰਦਾਜ਼ਾ ਲਾ ਲਓ। ਢਿੱਲੋਂ ਸਾਹਿਬ, ਤੁਹਾਡਾ ਸਧਾਰਨ ਬੰਦੇ ਨੂੰ ਹੀ ਪਤਾ ਕਿ ਆਪਾਂ ਕੋਈ ਵੀ ਫਿਲਟਰ ਕਰਦੇ ਹਾਂ ਪਾਣੀ ਤਾਂ ਘੜੇ ਦੇ ਵਿੱਚ ਵੀ ਮਿੱਟੀ ਪਾਉਣੀ। ਬਿਲਕੁਲ, ਜੇ ਮਿੱਟੀ ਫਿਲਟਰ ਕਰਕੇ ਪਾਣੀ ਸਵੱਛ ਪਾਣੀ ਤੁਹਾਨੂੰ ਪੀਣ ਨੂੰ ਦੇ ਸਕਦੀ ਹੈ, ਤੇ ਜਿੱਥੇ ਮਿੱਟੀ ਦਾ ਫਿਲਟਰ ਫੇਲ ਹੋ ਜਾਏ ਉੱਥੇ ਮਗਰ ਕੀ ਰਹਿ ਗਿਆ। ਹਾਂ, ਅਗਲੀ ਗੱਲ ਜੀ, ਅਗਲੀ ਗੱਲ ਇਹ ਇੱਕ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਹੈਗੇ ਆ ਜੀ, ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ। ਹਰਨੇਕ ਸਿੰਘ ਮਹਿਮਾ ਹੋਰੀ ਡਕੌਂਦਾ ਯੂਨੀਅਨ ਦੇ ਨਾਲ ਹੈ, ਤੇ ਡਕੌਂਦਾ ਯੂਨੀਅਨ ਇਹਨਾਂ ਦੇ ਨਾਲ ਖਲੋਤੀ ਹੈ। ਉਹ ਕਹਿੰਦੇ ਜੀ ਜਦੋਂ NGT ਵਾਲਿਆਂ ਦੀ ਟੀਮ ਆਈ ਜੀ, ਤੇ ਅਸੀਂ ਕਹਿੰਦੇ ਵੀ ਉਹਨਾਂ ਦੇ ਨਾਲ ਗਏ ਵੀ ਚਲੋ ਜੀ ਅੰਦਰ ਚੱਲੀਏ। ਅਸੀਂ ਜਾ ਕੇ ਉੱਥੇ ਖੋਦ ਲਏ ਜਿੱਥੇ ਜਿਹੜੇ ਬੋਰ ਲੱਗੇ ਹੋਏ ਸੀ, 8-8 ਇੰਚੀ ਬੋਰ, ਜਿਹੜੇ ਵਿੱਚ 8 ਇੰਚ ਚੌੜਾਈ, 7 ਬੋਰ ਕਹਿੰਦੇ ਜੀ ਅਸੀਂ ਲੱਭ ਲਏ ਅੰਦਰੋਂ ਵੀ ਜੀ ਆਹ 7 ਹੈ, ਤੇ ਹੋਣਗੇ ਹੋਰ ਵੀ ਜਿਹੜਾ ਧਰਤੀ ਥੱਲੇ ਪਾਣੀ ਜਿਹੜਾ ਧੱਕਦੇ ਆ, ਕਿਹਨੂੰ ਕੀ ਆਪਾਂ ਰਿਚਾਰਜ ਵਾਲੀ ਗੱਲ ਖੁਦਾ ਪਰ ਧੱਕਦੇ ਜਿਹੜਾ ਧੱਕਿਆ ਪਾਣੀ ਸੁੱਟਿਆ ਉਹਦੇ ਵਿੱਚ ਉਹਨਾਂ ਬੋਰਾਂ ਦੇ ਰਾਹੀਂ ਜੀ। ਉਹ ਕਹਿੰਦੇ ਹੋਰ ਵੀ ਹੁੰਦੇ, ਤੇ ਫਿਰ ਕਹਿੰਦੇ ਜੀ ਟਾਈਮ ਹੋ ਗਿਆ ਤੇ ਟਾਈਮ ਹੋ ਗਿਆ ਤੇ ਸਾਨੂੰ ਲੱਭਣ ਨਹੀਂ ਦਿੱਤਾ। ਤੇ ਹੁਣ ਉਹ ਪਾਣੀ ਤਾਂ ਲੋਕ ਪੀਂਦੇ ਸੀ, ਕੈਂਸਰ ਵਰਗੀਆਂ ਬਿਮਾਰੀਆਂ ਹੋਈਆਂ, ਚਮੜੀ ਦੀਆਂ ਬਿਮਾਰੀਆਂ ਹੋਈਆਂ, ਬਹੁਤ ਸਾਰੀਆਂ ਹੋਰ ਬਿਮਾਰੀਆਂ ਜੀ। ਉਹ ਕਹਿੰਦੇ ਜਦੋਂ ਅਸੀਂ ਇਹ ਸਾਰੀ ਗੱਲ ਦੇਖਦੇ ਆ ਵੀ ਸਾਰਾ ਕੁਝ ਕਰਦੇ ਕਰਾਉਣੇ ਆ, ਆਪੋ ਆਪਣੇ ਪੱਧਰ ਤੇ ਕੋਈ ਰੌਲਾ ਨਹੀਂ ਪਾਉਂਦੇ ਸੀ ਜੀ। ਅਸਲ ਦੇ ਵਿੱਚ ਜਿਹੜਾ ਕਿਸੇ ਗੁਰੂ ਘਰ ਦੇ ਵਿੱਚ ਨਲਕਾ ਲਾ ਸ਼ਰਾਬ ਨਿਕਲੀ ਆ ਨਾ, ਜਿਵੇਂ ਕੱਚਾ ਸ਼ੀਰਾ ਨਿਕਲਿਆ, ਉਦੋਂ ਸਮੱਸਿਆ ਖੜੀ ਹੋਈ ਤੇ ਉਹਨਾਂ ਨੇ ਕਿਹਾ ਜੀ ਆਹ ਗੱਲ ਕਰ ਲਓ। ਹੁਣ ਅਗਲੀ ਗੱਲ ਜੀ, 5 ਮਹੀਨੇ ਹੋ ਜਾਣਗੇ ਜੀ ਆ ਦਸੰਬਰ ਦੇ ਐਂਡ 'ਚ, 5 ਮਹੀਨਿਆਂ ਤੋਂ ਧਰਨਾ ਲੱਗਿਆ। 5 ਮਹੀਨਿਆਂ ਤੱਕ ਜੇ ਸਰਕਾਰ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਤੇ ਉਹ ਸਿੱਧੀ ਡਾਂਗ ਲੈ ਕੇ ਆਉਂਦੀ, ਉਹ 300 ਮੀਟਰ ਪਿਛਾਂ ਹਟ ਕੇ ਬਹਿ ਜਾਣਗੇ ਤੇ ਉਹਨਾਂ ਨੂੰ ਪੁੱਛਣਾ ਕੀ ਨੇ। ਉਹ ਇਹੀ ਕਰਕੇ ਹੈ ਕਿ ਉਹ ਕਹਿੰਦੇ ਵੀ ਸਾਡੀ ਇੱਕੋ ਮੰਗ ਫੈਕਟਰੀ ਕਰੋ ਬੰਦ ਜੀ। ਉਹ ਹੁਣ ਫੈਕਟਰੀ ਬੰਦ ਤੇ ਖੜੋਤੇ ਆ, ਕਹਿੰਦੇ ਫੈਕਟਰੀ ਚਲਾਉਣੀ ਹੈ। ਦਾਨੇਵਾਲੀਆ ਸਾਹਿਬ, ਆਪਾਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ, ਕਿਹਨੂੰ ਬਚਾਉਣ ਵਾਸਤੇ ਯਤਨ ਕੀਤੇ ਜਾ ਰਹੇ ਉਹ ਅਗਲੀ ਹੋਰ ਆ ਗਈ। ਜਦੋਂ ਇਹ ਸਮਝੌਤੇ ਸਹੀ ਬੰਦ ਹੋਏ ਹੈ, ਉਦੋਂ ਐਕਸਾਈਜ਼ ਤੇ ਬਿਜਲੀ ਨਾਲ ਸੰਬੰਧਿਤ ਸਮਝੌਤੇ ਆ ਜਿਹੜੇ, ਉਹਨਾਂ ਸਮਝੌਤਿਆਂ ਦਾ ਅਫਸਰ ਕੌਣ ਸੀ? ਇਹ ਵੀ ਖੋਜ ਦੀ ਇੱਕ ਗੱਲ ਹੈ। ਉਹ ਕੌਣ ਸੀ? ਏ ਵੇਨੂ ਪ੍ਰਸ਼ਾਦ, ਮੰਤਰੀ ਨਹੀਂ, ਆਪਣੇ ਅਫਸਰ ਕਹਿ ਰਹੇ ਜਿਹੜੇ ਅੱਜ ਕੱਲ ਹੈ। ਏ ਵੇਨੂ ਪ੍ਰਸ਼ਾਦ ਜਿਹੜੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੀ ਰਹੇ ਆ। ਉਹ 3 ਮਹਿਕਮੇ ਜਿਹੜੇ ਅਹਿਮ ਉਹਨਾਂ ਦੇ ਕੋਲੇ ਰਹੇ ਹੈ। ਉਹ ਐਕਸਾਈਜ਼ ਦੇ ਕਮਿਸ਼ਨਰ ਵੀ ਰਹੇ ਤੇ ਬਿਜਲੀ ਬੋਰਡ ਦੇ ਚੇਅਰਮੈਨ ਵੀ ਰਹੇ। ਬਿਜਲੀ ਬੋਰਡ ਦੇ ਉਹ ਚੀਫ ਲਾ ਲਓ ਜਾਂ ਉਹ ਪ੍ਰਿੰਸੀਪਲ ਸੈਕਟਰੀ ਜੋ ਵੀ ਸੀ ਉਹ ਰਹੇ ਹੈ, ਤੇ ਉਹ ਲੋਕਲ ਬਾਡੀ ਦੀ ਵੀ ਰਹੇ ਹੈ। ਤੇ ਰੌਲੇ 3 ਥਾਵਾਂ ਤੇ ਪਈ ਜਾਂਦੇ। ਲੋਕਲ ਬਾਡੀ ਦੇ ਵਿੱਚ ਇਹ ਗੱਲ ਆਉਂਦੀ ਕਿ ਬਲਵਿੰਦਰ ਸਿੰਘ ਸੇਖੋਂ ਜਿਹੜੀ ਗੱਲ ਕਹਿੰਦਾ ਕਿ ਉਹ ਫਾਈਲ ਕਿੱਥੇ ਗੁੰਮ ਹੋ ਗਈ, ਉਹ ਫਾਈਲ ਨਹੀਂ ਲੱਭਦੀ। ਫਿਰ ਆਉਂਦਾ ਕਿ ਜਿਹੜੇ ਬਿਜਲੀ ਨਾਲ ਸਮਝੌਤੇ ਸਹੀ ਬੰਦ ਹੋਏ ਆ, ਉਦੋਂ ਕੌਣ ਸੀ? ਤੇ ਹੁਣ ਕਿਹਾ ਸੀ ਜੀ ਜਿੱਦਾਂ ਸਰਕਾਰ ਬਣ ਗਈ ਸਮਝੌਤੇ ਸਾਰੇ ਰੱਦ ਹੋਣਗੇ, ਰੱਦ ਕਿਉਂ ਨਹੀਂ ਹੁੰਦੇ? ਫਿਰ ਆ ਗਿਆ ਵੀ ਐਕਸਾਈਜ਼ ਵਾਲੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਸਾਰਾ ਕੁਝ ਹੀ ਦੀਪ ਮਲਹੋਤਰੇ ਦੇ ਕੋਲੇ। ਦਿੱਲੀ ਵਾਲੀ ਕਹਾਣੀ ਹੈ ਜਿਹੜੀ, ਉਹ ਤਾਂ ਚਲੋ ਬੈਕਗੇਅਰ ਪੈ ਗਿਆ, ਪਰ ਸੀ ਉੱਥੇ ਵੀ ਸਾਰਾ ਕੁਝ। ਇਸ ਕਰਕੇ ਜਿਹੜੀ ਹੁਣ ਵੀ ਡਾਂਗ ਉੱਠ ਰਹੀ ਹੈ, ਤੇ ਹੁਣ ਅੱਜ ਕੱਲ ਉਹ ਕਿੱਥੇ ਹੈ? ਢਿੱਲੋਂ ਸਾਹਿਬ ਤੁਹਾਨੂੰ ਅੱਜ ਕੱਲ ਕਿੱਥੇ? ਅੱਜ ਕੱਲ ਉਹ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਹੈ। ਸਵਾਲ ਅਗਲਾ ਵੀ ਖੜਾ ਹੁੰਦਾ ਹੈ, ਜਿੱਥੇ ਹੁਣ ਚੀਫ ਮਿਨਿਸਟਰ ਨੂੰ ਤੇ ਪੰਜਾਬ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਹ ਕਾਰਨ ਹੈ ਜੀ, ਜਿਹੜੀ ਗਵਰਨਰ ਨੇ ਕੁਲਦੀਪ ਸਿੰਘ ਚਹਿਲ ਬਾਰੇ ਆਪ ਟੈਲੀਫੋਨ ਕਰਕੇ ਕਿਹਾ ਸੀ ਕਿ ਭਾਈ ਅਸੀਂ ਇਹ ਬੰਦੇ ਨੂੰ ਬਦਲ ਰਹੇ ਹਾਂ ਤੇ ਸਾਨੂੰ ਤੁਸੀਂ ਭੇਜ ਦਿਓ ਹੋਰ
ਕਿ ਉਹਨੇ ਕਨਵੇ ਨਾ ਕੀਤਾ ਹੋਵੇ CMO ਨੂੰ, ਚੀਫ ਮਿਨਿਸਟਰ ਆਫਿਸ ਨੂੰ। ਤੇ ਜੇ ਚੀਫ ਮਿਨਿਸਟਰ ਨੂੰ ਨਹੀਂ ਪਤਾ ਲੱਗਿਆ ਤੇ ਚੀਫ ਮਿਨਿਸਟਰ ਚਿੱਠੀ ਲਿਖਣ ਲੱਗ ਗਿਆ, ਜੀ ਤੁਸੀਂ ਸਾਨੂੰ ਪੁੱਛਿਆ ਹੀ ਨਹੀਂ। ਤੇ ਅਗਲੇ ਦਿਨ ਗਵਰਨਰ ਕਹਿੰਦਾ ਪੁੱਛਿਆ ਸੀ। ਤੇ ਫਿਰ 3-4 ਦਿਨਾਂ ਬਾਅਦ ਚੀਫ ਮਿਨਿਸਟਰ ਸਾਹਿਬ ਕਹਿੰਦੇ ਸਾਡਾ ਤਾਂ ਰੌਲਾ ਹੀ ਕੋਈ ਨਹੀਂ, ਗਵਰਨਰ ਸਾਹਿਬ ਨਾਲ ਤਾਂ ਕੋਈ ਝਗੜਾ ਹੀ ਹੈ ਨਹੀਂ। ਜੇ ਇਹ ਜਿਹੜੀ ਹੈਗੀ ਹੈ ਤੁਹਾਨੂੰ ਮਤਲਬ ਇਹ ਕੀ ਕਹਾਂਗੇ ਆਪਾਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਕਿਉਂ? ਇਹਦਾ ਮਤਲਬ ਹੈ ਵੀ ਕਿ ਸਾਰਾ ਇਹ ਸਰਕਾਰ ਹੈ ਕਿ ਕੀ ਹੈ? ਸਰਕਾਰ ਚੱਲ ਕਿਵੇਂ ਰਹੀ ਹੈ? ਜੇ ਹੁਣ ਤੁਸੀਂ ਕਹਿੰਦੇ ਤੁਸੀਂ ਪਾਸੇ ਚੱਕ ਲਓ ਜੀ ਆਪਦਾ ਸਾਰਾ ਕੁਝ, ਤੇ ਇੱਥੇ ਜਾਂਦੇ ਰਹੋ 300 ਮੀਟਰ ਤੇ ਜ਼ਿਮੀਦਾਰ ਉਹ ਹੁਣ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪਛਾਣ ਮੁੜਨ ਲਈ ਮਜਬੂਰ ਕਰਤਾ ਉਹ ਨਹੀਂ। ਹੁਣ ਇਹੀ ਕਾਰਨ ਹੈ ਕਿ ਉੱਥੇ ਜੋ ਮਰਜ਼ੀ ਹੋ ਜੇ। ਤੁਸੀਂ ਪੋਇਨੇ ਦੀ ਗੱਲ ਕਰਦੇ ਹੋ, ਥਰਮਲ ਪਲਾਂਟ ਜਿਹੜਾ ਗੋਬਿੰਦਪੁਰ ਵਾਲਾ ਪੋਇਨਾ ਸੀ ਜਿਹੜਾ ਲੱਗਿਆ ਹੀ ਨਹੀਂ। ਉਸ ਥਰਮਲ ਪਲਾਂਟ ਦੀ ਗੱਲ ਕਰਦੇ ਆ, ਕਿਸਾਨਾਂ ਦੇ ਵਿਰੋਧ ਕਾਰਨ ਉਹ ਨਹੀਂ ਲੱਗਿਆ। ਲੇਕਿਨ ਯਾਦ ਕਰੋ ਕਿ ਉਹ ਟਾਈਮ ਨਹੀਂ, ਅੱਜ ਟਾਈਮ ਹੋ ਰਿਹਾ। ਅੱਜ ਕਿਸਾਨ ਤੇ ਜਿਹੜੇ ਲੋਕ ਆ ਉਹ ਜਾਗਰਤ ਬੜੇ ਹੋ ਗਏ। ਬਿਲਕੁਲ ਉਹਨਾਂ ਵਾਸਤੇ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ, ਮੈਂ ਤਾਂ ਕਹੂੰਗਾ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ। ਦਾਨੇ ਵਾਲੀਆਂ ਸਭ ਬਦਲਾਓ ਦੀ ਗੱਲ ਕੀ ਕਰਦੇ ਆ। ਬਦਲਾਓ ਵਾਸਤੇ ਸਾਨੂੰ ਕੀ ਚੀਜ਼ਾਂ ਚਾਹੀਦੀਆਂ? ਸਭ ਤੋਂ ਪਹਿਲਾਂ ਜਿਗਰਾ ਚਾਹੀਦਾ ਜੀ। ਨਹੀਂ ਬਦਲਾਓ ਵਾਸਤੇ ਸਾਨੂੰ ਸਾਹ ਲੈਣ ਵਾਸਤੇ ਸ਼ੁੱਧ ਹਵਾ ਚਾਹੀਦੀ, ਪੀਣ ਵਾਸਤੇ ਸਾਨੂੰ ਸ਼ੁੱਧ ਪਾਣੀ ਚਾਹੀਦਾ ਹੈ ਜੀ। ਤੇ ਪੈਦਾਵਾਰ ਵਾਸਤੇ ਸਾਨੂੰ ਜਿਹੜੀ ਹੈਗੀ ਹੈ ਰੋਗਾਣੂ ਰਹਿਤ ਜ਼ਮੀਨ ਚਾਹੀਦੀ ਹੈ। ਬਿਲਕੁਲ ਇਹ ਸਰਕਾਰਾਂ ਤਾਂ ਕਰਨੀ ਹੈ, ਸਰਕਾਰਾਂ ਤਾਂ ਵਿਕਾਸ ਦੇ ਨਾਂ ਤੇ ਸਾਰਾ ਕੁਝ ਕਰੀ ਜਾਂਦੇ। ਲੇਕਿਨ ਕਿਸਾਨ ਜਾਗਰਤ ਹੋ ਗਿਆ ਜੀ, ਲੋਕ ਜਾਗਰਤ ਹੋ ਗਏ। ਉਹ ਕਹਿੰਦੇ ਜੀ, ਉਹ ਗੁਰੂ ਸਾਹਿਬ ਨੇ ਵੀ ਕਹਿਣਾ ਪਵਨ ਪਾਣੀ, ਬਿਲਕੁਲ ਉਹ ਜਿਹੜੀ ਸ਼ਲੋਕ ਪੂਰਾ ਮੈਨੂੰ ਆਉਂਦਾ ਨਹੀਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਥ, ਜਿਹੜੀ ਗੱਲ ਕਹਿੰਦੇ ਉਹਦੇ ਤੇ ਉਸ ਦੇ ਉੱਤੇ ਪਹਿਰਾ ਹੁਣ ਕੌਣ ਦੇ ਰਹੇ? ਤੇ ਉਹ ਦੇ ਰਹੇ ਜਿਹੜੀ ਉਹਨਾਂ 'ਚ ਇੰਨੀ ਜਾਗਰੂਕਤਾ ਆ ਗਈ ਤੇ ਉਹ ਅਫਸਰਾਂ ਨੂੰ ਤੇ ਉਹ ਵਜ਼ੀਰਾਂ ਨੂੰ ਸਵਾਲ ਕਰਦੇ ਆ ਖੜੇ ਹੋ ਕੇ। ਤੁਸੀਂ ਇਹਨੂੰ ਕਹੋਗੇ ਕਿ ਗੱਲ ਪਛਾਣ ਮੁੜ ਜੂਗੀ, ਜੋ ਮਰਜ਼ੀ ਆ ਡਾਂਗ ਬਹਿ ਜੇ, ਗੋਲੀ ਚੱਲ ਜੇ, ਪਛਾਣ ਹੁਣ ਨਹੀਂ ਜੀ, ਹੁਣ ਤਾਂ ਵਧੂਗੀ। ਚਲੋ ਸਾਹਿਬ, ਜਿਹੜੀ ਤੁਸੀਂ ਦੀਪ ਮਲਹੋਤਰੇ ਦੀ ਗੱਲ ਕੀਤੀ ਆ, ਬਠਿੰਡੇ 'ਚ ਠੇਕੇ ਆ ਨਾ, ਹਾਂਜੀ। ਮੈਂ ਹੁਣ ਖਬਰਾਂ ਕਰਨ ਲੱਗਿਆ ਨਾ ਵੀ ਕਿਵੇਂ ਆਪਦੇ ਨੌਕਰਾਂ ਦੇ ਨਾਂ ਤੇ ਉੱਤੇ ਕੰਪਨੀਆਂ ਬਣਾਈਆਂ ਜਾ ਰਹੀਆਂ। ਬਿਲਕੁਲ ਜਿਹੜਾ ਬਠਿੰਡੇ ਦੇ ਠੇਕੇ ਇਹਨਾਂ ਦੇ ਕਰਿੰਦਿਆਂ ਦੇ ਨਾਂ ਤੇ ਕੰਪਨੀਆਂ ਨੇ। ਉਹ ਤਾਂ ਜਿਵੇਂ ਆਪਣੇ ਰਾਣਾ ਗੁਰਜੀਤ ਸਿੰਘ ਵਾਲੇ ਖਾਨਸਾਮੇ ਦੇ ਨਾਂ ਤੇ ਸੀ, ਖਾਨਸਾਮੇ ਦੇ ਖੱਡ ਸੀ ਸਾਰਿਆਂ ਦੀਆਂ ਹੀ ਹੈ। ਇਹ ਜਿੰਨੇ ਵੀ ਇੰਡਸਟਰੀ ਨਾਲ ਜੁੜੇ ਹੋਏ ਲੋਕ ਆ ਸਭ ਦੇ ਨਾਂ ਦੇ ਤੇ ਐਵੇਂ ਪੈਸੇ ਨਹੀਂ ਜਮਾ ਹੁੰਦੇ, ਐਵੇਂ ਨਹੀਂ ਹੁੰਦੇ ਜਮਾ। ਹੁਣ ਇੱਥੇ ਆ ਉਹ ਵੇਚਦਾ ਤਾਂ ਉਹ ਸ਼ਰਾਬ ਹੈ, ਲੱਗਿਆ ਉਹ ਠੇਕੇ ਤੇ ਕੱਟਦਾ ਪਰਚੀਆਂ ਤੇ ਸਾਰੇ ਠੇਕੇ ਉਹਦੇ ਨਾਂ ਤੇ। ਮੈਨੂੰ ਐਂ ਦੱਸੋ ਵੀ ਵੱਡਾ ਠੇਕੇਦਾਰ ਕਿਹੜਾ ਬਹਿੰਦਾ ਪਰਚੀਆਂ ਕੱਟਣ? ਤੇ ਜੇ ਮੈਂ ਉਹਦਾ ਘਰ ਪੜਤਾਲਾਂ ਤੇ ਮੈਨੂੰ ਨਹੀਂ ਲੱਗਦਾ 2 ਕਮਰਿਆਂ ਤੋਂ ਉੱਤੇ ਘਰ ਹੋਊਗਾ। ਉਹਦੇ ਵਿੱਚੋਂ ਤਾਂ ਬਹੁਤ ਕੁਝ ਨਿਕਲਿਆ ਨਾ ਜੀ। ਕਰਿੰਦਿਆਂ ਨੂੰ ਠੇਕੇਦਾਰ ਬਣਾ ਕੇ ਤੇ ਤੁਹਾਡੀਆਂ ਲੋਕਲ ਬਾਡੀ ਉਹਦੇ ਵੀ ਨਿਕਲੇ। ਹਾਂਜੀ। ਸੋ ਇਹ ਹੈ ਜੀ। ਤੇ ਢਿੱਲੋਂ ਸਾਹਿਬ, ਇਹ ਤਾਂ ਗੱਲ ਇੱਥੇ ਖਿੱਚ ਧੂ ਦੀ ਸੀ ਤੇ ਅੱਜ ਉਹ ਵੀਡੀਓ ਬੜੀ ਵਾਇਰਲ ਹੋਈ ਹੈ। ਪੁਲਿਸ ਕੁੱਟਮਾਰ ਕਰਦੀ ਹੈ ਤੇ ਇਕੱਲਾ ਇੱਕ ਹੀ ਕਿਸਾਨ ਫਿਰ ਅੱਧ ਖੜ ਉਮਰ ਦਾ ਕਿਵੇਂ ਅੱਗੇ ਲਾਉਂਦਾ, ਤੇ ਇੱਥੋਂ ਵੀ ਫਿਰ ਅੰਦਾਜ਼ਾ ਲਾ ਲੇ ਸਰਕਾਰ। ਬਿਲਕੁਲ ਜੀ, ਬਿਲਕੁਲ ਕੋਈ ਸ਼ੱਕ ਨਹੀਂ। ਬਿਲਕੁਲ ਕੋਈ ਸ਼ੱਕ। ਤੇ ਹੁਣ ਕਹਿੰਦੇ ਚੰਡੀਗੜ੍ਹ ਪਹੁੰਚੇ ਸੀਗੇ ਜਿਹੜੇ ਭਰਤੀ ਹੋਏ ਉਮੀਦਵਾਰ ਹੈ, ਉਹਨਾਂ ਨੂੰ ਵੀ ਕਹਿੰਦੇ ਵੰਡਤੀਆਂ ਚਿੱਠੀਆਂ। ਨਹੀਂ ਜੀ, ਚੰਡੀਗੜ੍ਹ ਨਹੀਂ, ਸੰਗਰੂਰ। ਅੱਛਾ, ਸੰਗਰੂਰ ਸੀ ਉਹ ਅਸਲ ਦੇ ਵਿੱਚ ਜਿਨ੍ਹਾਂ ਨੇ ਭਰਤੀ ਹੋਣਾ। ਅੱਛਾ ਜੀ, ਵੀ ਉਹ ਜਿਹੜੇ ਚੁਣੇ ਹੋਏ ਉਮੀਦਵਾਰ ਹੈ, ਜਿਹੜੇ ਭਰਤੀ ਹੋਣ ਵਾਲੇ ਹੈ, ਉਹ ਕਹਿੰਦੇ ਜਿਹੜੇ ਹੈਗੇ ਜਿਹੜੀਆਂ ਵੀ ਸੇਵਾ ਸ਼ਰਤਾਂ ਜਿਹੜੇ ਭਰਤੀ ਦੇ ਨਿਯਮ ਹੈ, ਜਿਹੜੀਆਂ ਤਰੁੱਟੀਆਂ ਰਹਿ ਗਈਆਂ ਭਰਤੀ ਵਾਲੇ ਇਸ਼ਤਿਹਾਰ ਦੇ ਵਿੱਚ, ਕਹਿੰਦੇ ਉਹ ਤਰੁੱਟੀਆਂ ਨੂੰ ਦੂਰ ਕਰੋ। ਉਹ ਤਰੁੱਟੀਆਂ ਨੂੰ ਦੂਰ ਕਰਨ ਦੀ ਮੰਗ ਲੈ ਕੇ ਕਾਫੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਸੰਗਰੂਰ ਗਏ ਸੀ ਜੀ। ਸੰਗਰੂਰ ਗਏ ਸੀ ਉਹ ਪ੍ਰੋਟੈਸਟ ਕਰਨ ਵਾਸਤੇ। ਚੀਫ ਮਿਨਿਸਟਰ ਸਾਹਿਬ ਦੀ ਜਿਹੜੀ ਹੈਗੀ ਆ ਸੰਕੇਤਕ ਰਿਹਾਇਸ਼ੀ ਹੈ, ਹੁਣ ਆਪਾਂ ਨੂੰ ਰਿਹਾਇਸ਼ ਤਾਂ ਕਹਿ ਨਹੀਂ ਸਕਦੇ ਕਿਉਂਕਿ ਚੀਫ ਮਿਨਿਸਟਰ ਤੇ ਉਹਨਾਂ ਦੀ ਸਮੁੱਚੀ ਫੈਮਿਲੀ ਹੈ ਜਿਹੜੀ ਉਹ ਤਾਂ CM ਹਾਊਸ ਦੇ ਵਿੱਚ ਹੈ। ਉਹ ਉੱਥੇ ਗਏ ਸੀ ਤੇ ਉੱਥੇ ਤੁਹਾਨੂੰ ਪਤਾ ਵੀ ਫਿਰ ਸੇਵਾ ਪਾਣੀ ਕਰਨ ਵਾਲੇ ਬੰਦੇ ਪਹਿਲਾਂ ਹੀ ਖੜੇ ਹੁੰਦੇ ਜੀ। ਉਹਨਾਂ ਨੇ ਜੀ ਉਹਨਾਂ ਨੂੰ ਕਹਿੰਦੇ ਘੜੀਸ ਕੇ ਫਿਰ ਉਹਨਾਂ ਦੀ ਸੇਵਾ ਕੀਤੀ। ਅੱਛਾ ਜੀ, ਸੇਵਾ ਕੀਤੀ ਤੇ ਨਾਲ ਹੀ ਮੇਰੇ ਫਿਰ ਉਹ ਯਾਦ ਆਉਂਦਾ ਇਹੀ ਗੱਲ ਇੱਕ ਕਿਸਾਨ ਆਗੂ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਕਹੀ। ਅੱਛਾ ਜੀ, ਉਹ ਕਹਿੰਦੇ ਜੀ ਅਸੀਂ ਤੁਹਾਡੇ ਤੇ ਵਿਸ਼ਵਾਸ ਕਿਵੇਂ ਕਰੀਏ, ਮੁੱਖ ਮੰਤਰੀ ਤੇ ਵਿਸ਼ਵਾਸ ਕਿਵੇਂ ਕਰੀਏ? ਕਹਿੰਦੇ ਮੁੱਖ ਮੰਤਰੀ ਨੇ ਇੱਕ ਬੱਚੀ ਨੂੰ ਕਿਹਾ ਸੀ, ਭੈਣੇ ਤੂੰ ਮੇਰੀ ਭੈਣ ਹੈ। ਚੀਫ ਮਿਨਿਸਟਰ ਨਾਲ ਜੀ ਨੂੰ ਮੋਹਾਲੀ ਮੁੱਖ ਮੰਤਰੀ ਕੇਜਰੀਵਾਲ ਵੀ ਨਾਲ ਸੀ, ਮੁੱਖ ਮੰਤਰੀ ਵੀ ਨਾਲ ਹੀ ਸੀਗਾ ਉਸ ਵੇਲੇ। ਤਾਂ ਮੁੱਖ ਮੰਤਰੀ ਵੀ ਨਾਲ ਸੀ ਨਾ, ਮੁੱਖ ਮੰਤਰੀ ਬਣਿਆ ਨਹੀਂ ਸੀ ਹਲੇ। ਅੱਛਾ, ਨਾਂ ਅਨਾਉਂਸ ਕਰਤਾ ਸੀ, ਸਾਰੇ ਨਾਲ ਸੀਗੇ ਵੀ ਭੈਣੇ ਤੂੰ ਥੱਲੇ ਉਤਰਿਆ। ਕਿਹਾ ਕੇਜਰੀਵਾਲ ਨੇ ਸੀ ਪਰ ਉਹ ਸਾਰਿਆਂ ਦੀ ਭੈਣ ਸੀ, ਆਮ ਆਦਮੀ ਪਾਰਟੀ ਦੇ ਭੈਣ ਸੀ। ਹਾਂ, ਮਤਲਬ ਯੂਨੀਵਰਸਲ ਭੈਣ ਬਣ ਗਈ ਸੀ ਉਹ ਕਹਿੰਦੇ ਭੈਣ ਉਹਦਾ ਨਾਂ ਕੁੜੀ ਦਾ ਸ਼ਿਲਪੀ ਸੀ, ਮੇਰਾ ਖਿਆਲ ਕੁਛ ਇਹ ਜਿਹਾ ਨਾਂ ਸੀ, ਸ਼ਰਮਾ।
ਉਹ ਕਹਿੰਦੇ ਵੀ ਉਹਨੂੰ ਉਤਾਰ ਲਿਆ ਸੀ ਤੇ ਉਹਨੇ ਕਿਹਾ ਵੀ ਠੀਕ ਹੈ, ਤੇ ਮੁੜ ਕੇ ਕਹਿੰਦੇ ਮੁਲਾਕਾਤ ਦਾ ਟਾਈਮ ਹੀ ਨਹੀਂ ਮਿਲਿਆ ਜੀ। ਕਹਿੰਦੇ ਭੈਣ ਫੇਰ ਵਿਚਾਰੀ ਮਤਲਬ ਟੈਂਕੀਆਂ ਤੇ ਚੜ੍ਹ ਗਈ। ਅਸੀਂ ਇਤਵਾਰ ਕਿਵੇਂ ਕਰੀਏ? ਹੁਣ ਉਹੀ ਚੀਜ਼ ਇਹਨਾਂ ਦੀ ਹੈ, ਕਿਉਂਕਿ ਇਹਨਾਂ ਨੂੰ ਕਿਹਾ ਸੀ ਤੁਹਾਨੂੰ ਤਾਂ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਪੈਣੀ। ਬਿਲਕੁਲ ਜਿੱਦਾਂ ਸਰਕਾਰ ਆ ਗਈ ਹਰਾ ਪੈਨ ਫੜਾਓ ਤੇ ਪਹਿਲਾ ਹੁਕਮ ਹੀ ਇਹ ਹੋਊਗਾ। ਕੱਲ ਵੀ ਤੁਸੀਂ ਦੇਖਿਆ ਉਹਨਾਂ ਨੂੰ ਗਏ ਆ ਮੁੱਖ ਮੰਤਰੀ ਜੀ ਆਪਣੇ ਚੇਨਈ ਗਏ ਆ। ਹਾਂਜੀ, ਉੱਥੇ ਅੱਜ ਕਹਿੰਦੇ ਮੁਲਾਕਾਤਾਂ ਵੀ ਹੋਈਆਂ ਤੇ ਉਹ ਜਾਣ ਵੇਲੇ ਜਦੋਂ ਗੱਲ ਉੱਥੇ ਇਹਨਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਸੀ, ਨੈਸ਼ਨਲ ਜਿਹੜੀ ਉਹ ਕੌਂਸਲ ਦੀ ਮੀਟਿੰਗ ਜਾਂ ਕਨਵੈਨਸ਼ਨ ਜਾਂ ਜੋ ਵੀ ਸੀ, ਜੀ ਉੱਥੇ ਵੀ ਕਿਹਾ ਸੀ ਵੀ ਜੀ ਅਸੀਂ ਪੰਜਾਬ ਤੇ ਦਿੱਲੀ ਹੈ ਜਿਹੜੀ ਇਹਦੇ ਸਿਰ ਦੇ ਉੱਤੇ ਲੋਕਾਂ ਨੂੰ ਅਸੀਂ ਕਨਵਿੰਸ ਕਰਾਂਗੇ। ਪਰ ਉਹ ਗੱਲ ਤਾਂ ਵੀ ਕਨਵਿੰਸ ਕਿੰਨਾ ਕੁ ਹੋ ਰਹੇ ਲੋਕ ਜੀ। ਲੋਕਾਂ ਨੂੰ ਕਹਿੰਦੇ ਜੀ ਅਸੀਂ ਇਸ ਦੱਸਾਂਗੇ ਕਿ ਨਾਲ ਜੋੜਾਂਗੇ, ਫਿਰ ਗਾਂ 2024 ਚ ਕੇਂਦਰ ਚ ਸਰਕਾਰ ਬਣਾਵਾਂਗੇ ਨਾ। ਉਹ ਕੇਂਦਰ ਚ ਸਰਕਾਰ ਬਣਾਉਣ ਵਾਸਤੇ ਜਿਹੜੀਆਂ ਪੌੜੀਆਂ ਦੋ ਹੈ ਜੀ, ਪੌੜੀ ਦੇ ਦੋ ਟੰਬੇ ਲਾ ਲਓ, ਇੱਕ ਦਿੱਲੀ ਵਾਲਾ ਤੇ ਇੱਕ ਪੰਜਾਬ ਵਾਲਾ। ਕਹਿੰਦੇ ਅਸੀਂ ਹਵਾਲਾ ਇਹਦਾ ਦੇਵਾਂਗੇ, ਪਰ ਪੰਜਾਬ ਚ ਜੋ ਕੁਛ ਹੋ ਰਿਹਾ ਉਹ ਆਪਾਂ ਨੂੰ ਪਤਾ ਹੈ ਜੀ। ਦਾਨੇਵਾਲ ਸਾਹਿਬ ਮੈਨੂੰ ਤਾਂ ਅਗਲੀ ਜਾਣਕਾਰੀ ਵੀ ਮਿਲ ਗਈ। ਉਹ ਕਹਿੰਦੇ ਵੀ ਅੰਦਰ ਖਾਤੇ ਹੁਣ ਜਿਹੜੀ ਹੈਗੀ ਹੈ ਟੀਮ ਕੇਜਰੀਵਾਲ ਸੋਚਣ ਲੱਗ ਗਈ ਜੀ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਧੱਕਾ ਲੱਗਿਆ ਨਾ, ਉਹਦਾ ਕਾਰਨ ਇਹ ਹੈ ਕਿ ਪੰਜਾਬ ਦੀ ਪਰਫਾਰਮੈਂਸ ਠੀਕ ਨਹੀਂ ਆ ਰਹੀ। ਹੁਣ ਲੱਗ ਗਿਆ ਪਤਾ ਇਹਨਾਂ ਨੂੰ। ਔਰ ਉਹ ਕਹਿੰਦੇ ਹੈ ਕਿ ਸਾਲ ਦੇ ਜਿਹੜਾ ਅਗਲੇ ਸਾਲ ਤੋਂ ਖੁਦ ਜਿਹੜੀ ਹੈਗੀ ਹੈ ਕਮਾਂਡ ਉਹ ਦਿੱਲੀ ਵਾਲੇ ਹੀ ਆਪਣੇ ਹੱਥ ਲੈ ਰਹੇ ਆ, ਖਾਸ ਕਰਕੇ ਕੇਜਰੀਵਾਲ। ਫਿਰ ਮਗਰ ਕੀ ਰਹਿ ਗਿਆ ਪੰਜਾਬ ਦੇ ਪੱਲੇ? ਬਸ ਉਹੀ ਹੈ ਨਾ। ਹੁਣ ਉਹ ਕਹਿੰਦੇ ਵੀ ਅਸੀਂ ਪਰਫਾਰਮ ਕਰਕੇ ਦਿਖਾਵਾਂਗੇ। ਉਹ ਗੱਲ ਕਰਦੇ ਇਵੇਂ ਜਿਵੇਂ ਹੁਣ ਤੁਸੀਂ ਦੇਖੋ ਉਹ ਲੋਕ ਤਾਂ ਗਏ ਸੀ ਯਾਦ ਕਰਾਉਣ ਵਾਸਤੇ ਕਿ ਜੀ ਦੱਸੋ ਸਾਨੂੰ ਸਾਡੇ ਨਾਲ ਜਿਹੜੇ ਤੁਸੀਂ ਪ੍ਰੋਮਿਸ ਕੀਤੇ ਸੀ, ਵਾਅਦੇ ਕੀਤੇ ਸੀ, ਮੁਆਹਦੇ ਕੀਤੇ ਸੀ, ਉਹਨਾਂ ਦੀ ਪੂਰਤੀ ਬਾਰੇ। ਉੱਥੇ ਜੀ ਫਿਰ ਉਹਨਾਂ ਦੀ ਖਿੱਚਤੂ ਹੋ ਗਈ। ਉਹਨਾਂ ਵਿਚਾਰਿਆਂ ਨੂੰ ਸੋਚ ਲੈਣਾ ਚਾਹੀਦਾ ਸੀ ਕਿ ਕੁਝ ਦਿਨ ਪਹਿਲਾਂ ਉੱਥੇ ਖੇਤ ਮਜ਼ਦੂਰ ਵੀ ਗਏ ਸੀ। ਖੇਤ ਮਜ਼ਦੂਰ ਗਏ ਸੀ ਕਿ ਨਰੇਗਾ ਦਾ ਕੰਮ ਜਿਹੜਾ ਹੈਗਾ ਰੁਕਿਆ ਪਿਆ, ਪੇਮੈਂਟ ਨਹੀਂ ਹੋ ਰਹੀ। ਅੱਛਾ ਜੀ। ਨਰੇਗਾ ਦੀ ਪੇਮੈਂਟ ਜਾਰੀ ਕਰੋ, ਕੰਮ ਦੇ ਦਿਨ 100 ਤੋਂ 150 ਤੋਂ ਵਧਾ ਕੇ ਜ਼ਿਆਦਾ ਕਰੋ। ਅੱਛਾ ਜੀ। ਤੇ ਨਾਲ ਉਹਨਾਂ ਨੇ ਕਿਹਾ ਸੀ ਜਿਹੜੇ ਬੇਜ਼ਮੀਨੇ ਲੋਕ ਹੈ ਜਿਨ੍ਹਾਂ ਦੇ ਕੋਲੇ ਆਪਣੇ ਘਰ ਹੈ ਨਹੀਂ, ਉਹਨਾਂ ਨੂੰ 5-5 ਮਰਲੇ ਦੇ ਜਿਹੜੇ ਪਲਾਟ ਦੇਣੇ ਸੀ ਉਹ ਪਲਾਟ ਵੀ ਦਿਓ। ਸਾਰੇ ਕਈ ਯੂਨੀਅਨ ਅਸੀਂ ਜਥੇਬੰਦੀਆਂ ਸੀ ਜੀ ਇਕੱਠੇ ਹੋ ਕੇ ਗਏ, ਬਿਲਕੁਲ ਪੀਸਫੁਲ ਸੀ। ਤੇ ਫਿਰ ਉਹਨਾਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਜੀ। ਫਿਰ ਉਹ ਸੇਵਾ ਕੀਤੀ ਫੇਰੀ ਡਾਂਗ। ਅੱਛਾ ਜੀ। ਉਹ ਤਾਂ ਖੈਰ ਖੇਤ ਮਜ਼ਦੂਰ ਸੀ, ਗਿੱਝੇ ਸੀ ਵਿਚਾਰੇ, ਮਤਲਬ ਸੱਟਾਂ ਖਾਣ ਵਾਸਤੇ ਖੇਤਾਂ ਦੇ ਵਿੱਚ ਖਾਂਦੇ ਆ, ਕੁੱਟਮਾਰ ਖਾਂਦੇ ਆ। ਉਹਨਾਂ ਨੇ ਫਿਰ ਕਹਿਤਾ ਜੀ ਪੱਕਾ ਮੋਰਚਾ। ਦਾਨੇਵਾਲੀਆ ਸਾਹਿਬ ਫਿਰ ਮੁੜ ਕੇ ਸੁਨੇਹਾ ਵੀ ਭੇਜਤਾ ਜੀ ਵੀ ਕੋਈ ਗੱਲ ਨਹੀਂ ਜੀ, ਤੁਹਾਡੇ ਨਾਲ ਅਸੀਂ ਮੀਟਿੰਗ ਕਰ ਲਾਂਗੇ। ਗਰੀਬ ਬੰਦਾ ਹੈ, ਗਰੀਬ ਬੰਦਾ ਫਿਰ ਸਹਿਮਤ ਹੋ ਜਾਂਦਾ ਜੀ, ਕੋਈ ਗੱਲ ਨਹੀਂ ਅਸੀਂ ਆ ਜਾਾਂਗੇ। ਉਹ ਹੁਣ ਗਰੀਬ ਸੀ, ਉਹਨਾਂ ਨੇ ਫਿਰ ਕਹਿਤਾ ਕੋਈ ਨਹੀਂ, ਕੁੱਟ ਕੱਟ ਖਾ ਕੇ ਵੀ ਅਸੀਂ ਆ ਜਾਾਂਗੇ ਜੇ ਤੁਸੀਂ ਸਾਡੀ ਗੱਲ ਸੁਣ ਲਓਗੇ ਜੀ। ਪਰ ਅੱਜ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਇੱਕੋ ਹੀ ਬਾਬਾ ਹੈ ਜਿਹੜਾ ਡਾਂਗ ਨਾਲ ਦਵੱਲੀ ਫਿਰਦਾ ਸਾਰਿਆਂ ਨੂੰ। ਮੈਂ ਤਾਂ ਹੈਰਾਨ ਹੈ ਇਸ ਗੱਲ ਦਾ ਕਿ ਜੀ ਤੁਸੀਂ ਆਹ ਹਾਲਤ ਕਰਤੀ, ਸਾਡਾ ਸ਼ਾਸਨ ਪ੍ਰਸ਼ਾਸਨ ਚੱਲੂਗਾ ਕਿਵੇਂ? ਤੁਸੀਂ ਇਹ ਦੇਖੋ, ਇਹਦਾ ਮਤਲਬ ਦੇਖੋ ਸਿੱਧੀ ਗੱਲ ਹੈ ਢਿੱਲੋਂ ਸਾਹਿਬ, ਪੁਲਿਸ ਅਣਮਣੇ ਮਨ ਨਹੀਂ ਹੈਗਾ ਉਹਨਾਂ ਦਾ। ਮੈਂ ਦਾਨੇਵਾਲੀਆ ਜੀ ਹੁਣ ਇੱਥੇ ਗੱਲ ਕਰਦਾ, ਤੁਸੀਂ ਐਸਐਸਪੀ ਫਰੀਦਕੋਟ ਹੈ ਉਹ ਬੀਬੀ ਮੈਡਮ ਕਮਰਜੀਤ ਕੌਰ ਫਿਰੋਜ਼ਪੁਰ, ਉਹਨੇ ਕੱਲ ਕਿਹਾ ਸੀ ਜੀ ਸਭ ਕੁਝ ਸਾਫ਼ ਹੈ। ਬਿਲਕੁਲ ਜਿਹੜੀ ਹੈਗੀ, ਜਦੋਂ ਉਹਨਾਂ ਨੇ ਕਿਹਾ ਸੀ ਪਰਸੋਂ ਕੋਈ ਗੱਲ ਨਹੀਂ ਜੀ ਇਹ ਸਾਫ਼ ਕਰ ਲਿਆ ਸਾਰਾ ਕੁਝ, ਕਹਿ ਰਿਹਾ 300 ਮੀਟਰ ਪਿਛਾਂ ਜਾਣਾ ਪਊਗਾ, ਦਫਾ 44 ਲੱਗੀ ਵੀ ਹੈ। ਤੇ ਅੱਜ ਜਾਂ ਰਾਤ ਉਹਨਾਂ ਦੀ ਜਿਹੜੀ ਸੀ ਇੰਟਰਵਿਊ ਆ ਰਹੀ ਸੀ, ਉਹ ਕਹਿੰਦੇ ਜੀ ਅਸੀਂ ਤਾਂ ਕਿਸਾਨਾਂ ਨੂੰ ਜਾਣ ਤੋਂ ਰੋਕ ਹੀ ਨਹੀਂ ਰਹੇ। ਕਿਸਾਨ ਜਾਣ ਜੀ ਮੇਨ ਰੋਡ ਦੇ ਉੱਤੇ ਮਹਾਰਾਜ ਸਾਹਿਬ ਪ੍ਰਕਾਸ਼ ਹੈਗੇ, ਮਹਾਰਾਜ ਸਾਹਿਬ ਨੂੰ ਮੱਥਾ ਟੇਕਣ, ਜਿਹੜਾ ਮਰਜ਼ੀ ਹੈ ਮੱਥਾ ਟੇਕਣ ਨੂੰ ਜਾਵੇ, ਕੋਈ ਗੱਲ ਹੀ ਨਹੀਂ ਹੈ। ਇਹ ਜਿਹੜਾ ਹੈਗਾ 12-14 ਘੰਟਿਆਂ ਦੇ ਵਿੱਚ ਉਹਨਾਂ ਨੂੰ ਯੂ ਟਰਨ ਕਿਉਂ ਲੈਣਾ ਪੈ ਗਿਆ? ਇਹਦਾ ਮਤਲਬ ਉੱਪਰੋਂ ਕਦੇ ਮਰ ਚੜੀਏ, ਕਦੇ ਜਿਉਂ ਚੜ ਗਈ। ਜਦੋਂ ਤੁਸੀਂ ਅਫਸਰਾਂ ਦੀ, IPS ਅਫਸਰਾਂ ਦੀ, IAS ਅਫਸਰਾਂ ਦੀ ਹਾਲਤ ਇਹ ਬਣਾ ਦਿਓਗੇ ਕਿ ਉਹ ਵੀ ਸੌੜੇ ਹਿੱਤਾਂ ਦੇ ਕਦੇ ਮਰ ਚੜੀਏ, ਉਹ ਵੀ ਸੌੜੇ ਹਿੱਤਾਂ ਨਹੀਂ। ਮੈਨੂੰ ਲੱਗਦੀ ਹੈ ਵੀ ਉਹ ਜਿਹੜੀ ਹੈ ਨਾ, ਜਿਹੜੀ ਉਹ ਤਜਰਬੇ ਦੀ ਘਾਟ ਵਾਲੀ ਗੱਲ ਹੈ ਕਿ ਸਰਕਾਰਾਂ ਚਲਾਈ ਦੀਆਂ ਕਿਵੇਂ, ਸਰਕਾਰ ਚਲਾਉਣੀ ਕਿਵੇਂ ਤੁਸੀਂ ਡੀਲ ਕਰਨਾ ਉਹਨਾਂ ਦੇ ਨਾਲ। ਤੁਸੀਂ ਸਿੱਧੀ ਮਤਲਬ ਜਿਹੜੀ ਤੁਹਾਡੀ ਸਰਕਾਰੀ ਮਸ਼ੀਨਰੀ ਹੈ, ਸਰਕਾਰੀ ਮਸ਼ੀਨਰੀ ਨੂੰ ਤੁਸੀਂ ਕੰਮ ਧੰਦੇ ਦੇ ਲਓ। ਹਾਲਾਂਕਿ IG ਸਾਹਿਬ ਨੇ ਜਿਹੜੀ ਉੱਥੇ ਕੁਲਦੀਪ ਸਿੰਘ ਧਾਲੀਵਾਲ ਦੀ ਮੌਜੂਦਗੀ ਦੇ ਵਿੱਚ ਜਿਹੜੀ ਉਹਨਾਂ ਨੇ ਤਕਰੀਰ ਕੀਤੀ, ਉਹਨੇ ਕਿਹਾ ਜੀ 5 ਮਹੀਨਿਆਂ ਤੋਂ ਇਹ ਲੋਕ ਬੈਠੇ ਹੈ, 5 ਮਹੀਨਿਆਂ ਤੋਂ ਲਾਅ ਐਂਡ ਆਰਡਰ ਨੂੰ ਕਿਸੇ ਕਿਸਮ ਦੀ ਜਿਹੜੀ ਹੈਗੀ ਕੋਈ ਚੁਣੌਤੀ ਹੋਵੇ ਇਹਨਾਂ ਵੱਲੋਂ ਸਾਡੇ ਸਾਹਮਣੇ ਨਹੀਂ ਆਈ। ਉਹੀ ਦਿੱਲੀ ਵਾਲਾ ਵਾਂਗੂ, ਦਿੱਲੀ ਵਾਲੇ ਕਹਿੰਦੇ ਜਦੋਂ ਤੱਕ ਸਾਡੇ ਤਾਂ ਲੁੱਟਾਂ ਖਸੁੱਟਾਂ ਸ਼ੁਰੂ ਹੋ ਗਈਆਂ। ਹਾਂ ਉੱਥੇ ਤਾਂ ਲੁੱਟਾਂ ਖਸੁੱਟਾਂ, ਉਹ ਕਹਿੰਦੇ ਵੀ ਇਹ ਜਿੰਨੇ ਪੀਸਫੁਲ ਢੰਗ ਦੇ ਨਾਲ ਇਹ ਬੈਠੇ ਵਿਚਾਰਿਆਂ ਦਾ ਇਹਦੀ ਕੋਈ ਗੱਲ ਹੀ ਹੈ ਨਹੀਂ। ਤੇ ਜੇ ਪੀਸਫੁਲ ਢੰਗ ਨਾਲ ਬੈਠੇ ਤੇ ਫਿਰ ਤੁਸੀਂ ਉਹਨਾਂ ਨੂੰ ਉਠਾਉਣੇ ਹੋ। ਤੁਸੀਂ ਉਹਨਾਂ ਨੂੰ ਉਠਾਉਣ ਦੀ ਬਜਾਏ ਤੁਸੀਂ ਇਹ ਮਾਮਲਾ ਹਾਈ ਕੋਰਟ ਦੇ ਉੱਪਰਲੇ ਬੈਂਚ ਕੋਲੇ, ਸੁਪਰੀਮ ਕੋਰਟ ਕੋਲੇ ਲੈ ਕੇ ਜਾਂਦੇ। ਤੁਸੀਂ ਉੱਥੇ ਜਿਹੜੀ ਹੈਗੀ ਹੈ ਕਿਉਂ ਅੰਗੂਠਾ ਲਾ ਕੇ ਲਓ ਜੀ ਜਿਵੇਂ ਕਹੋਗੇ ਅਸੀਂ ਉਵੇਂ ਕਰ ਲਾਂਗੇ। ਅਗਾਂਹ ਵਾਹ ਕਿਹਦੇ ਨਾਲ ਪੈਣਾ?
ਇਹ ਤਾਂ ਤੁਸੀਂ ਘੱਟੋ ਘੱਟ ਇਹ ਤਾਂ ਕਾਮਨ ਸੈਂਸ ਹੈ ਨਾ ਵੀ ਕਿ ਜਿਨ੍ਹਾਂ ਨੇ ਆਪਣੀਆਂ ਮੰਗਾਂ ਭਾਵੇਂ ਉਹਨਾਂ ਦੀਆਂ ਪੂਰੀਆਂ ਨਹੀਂ ਮੰਨੀਆਂ ਪਰ ਕਾਲੇ ਕਾਨੂੰਨ ਵਾਪਸ ਲੈਣ ਵਾਸਤੇ ਉਹਨਾਂ ਨੇ ਕਰਤਾ, ਮਜਬੂਰ ਕਰਤਾ ਪ੍ਰਧਾਨ ਮੰਤਰੀ ਨੂੰ, ਜਿਹਦੀ ਅਕਸਰ ਗੱਲ ਕਰਦੇ ਹੁੰਦੇ ਆ ਭਗਵੰਤ ਮਾਨ ਜੀ ਕਿ ਜੀ ਇਹ ਸਾਡੇ ਕਿਸਾਨ ਹੋ, ਅਸੀਂ ਉਹ ਆ। ਪ੍ਰਧਾਨ ਮੰਤਰੀ ਨੂੰ ਬੈਕਫੁੱਟ ਤੇ ਆਉਣਾ ਪੈ ਗਿਆ। ਤੇ ਫਿਰ ਤੁਸੀਂ ਵੀ ਸੋਚ ਲੈਂਦੇ ਕਿ ਤੁਸੀਂ ਇੱਥੇ ਤਾਂ ਹੁਣ ਹਾਕਮ ਤੁਸੀਂ ਹੋ, ਹਕੂਮਤ ਦਾ ਜਿਹੜਾ ਚਿਹਰਾ ਇੱਥੇ LG ਨੇ ਪਾਠ ਪੜਾਤਾ ਦਿੱਲੀ, ਕਹਿੰਦਾ 97 ਕਰੋੜ ਰੁਪਈਆ ਗਰਾਹੋ ਇਹਨਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਿਹੜਾ ਮਸ਼ਹੂਰੀਆਂ ਤੇ ਲਾਇਆ। ਅੱਛਾ ਚਲੋ ਕੱਲ ਤੱਕ ਆ ਜੂਗੀ ਵਿਸਤਾਰ ਨਾਲ ਖਬਰ ਆਪੇ ਕੱਲ ਨਾਲ ਗੱਲ ਹੁਣੇ ਆਇਆ ਮੈਂ ਹੁਣੇ ਤੇ। ਅੱਛਾ ਜੀ ਹਿਸਾਬ ਲਾ ਲਓ ਫਿਰ ਹੁਣ ਉੱਥੇ ਵੀ ਹੁਣ ਕਿਵੇਂ ਦਿੰਦੇ ਆ, ਉਹ ਜਮਾ ਕਰਾਉਣਗੇ ਪੰਜਾਬ ਵਾਂਗੂ? ਦੇਖੋ ਮੇਰਾ ਖਿਆਲ ਵੀ ਉੱਥੇ ਤਾਂ ਨਹੀਂ ਹੁੰਦਾ ਜਮਾ ਇੱਥੇ ਤੱਕ ਹਾਈ ਕੋਰਟ ਦਾ ਕਹਿੰਦੇ ਆਪਣਾ ਥੋੜਾ ਉਹਦਾ ਹੁਕਮ ਹੈ ਨਾ ਹਾਈ ਕੋਰਟ ਦਾ, ਉੱਥੇ LG ਨੂੰ ਤਾਂ ਸ਼ਾਇਦ ਮੇਰਾ ਖਿਆਲ LG ਨਾ ਮੰਨਣ, ਉਹ ਤਾਂ ਪਤਾ ਨਹੀਂ ਕੀ ਗੱਲ ਹੋਊਗੀ। ਸੋ ਇੱਕ ਵਪਾਰਕ ਸੁਨੇਹੇ ਲੈ ਲਈਏ ਜੀ ਫਿਰ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਕੁਝ ਹੋਰ ਖਬਰਾਂ ਨੇ ਸੁੱਚਾ ਸਿੰਘ ਲੰਗਾਹ ਬਾਰੇ ਤੇ ਪੰਜਾਬ ਦੇ ਮੌਸਮ ਬਾਰੇ ਵੀ ਗੱਲਬਾਤ ਕਰਾਂਗੇ ਤੇ ਪੰਚਾਇਤੀ ਇਜਲਾਸ ਬਾਰੇ ਵੀ ਗੱਲ ਕਰਾਂਗੇ। ਢਿੱਲੋਂ ਸਾਹਿਬ, ਮੈਂ ਅੱਜ ਦੀ ਗੱਲ ਕਰਾਂ, ਕੱਲ ਥੇੜੀ ਪਿੰਡ ਹੈ ਜੀ ਮਲੋਟ ਤੇ ਗਿੱਦੜਵੇ ਦੇ ਵਿਚਾਲੇ, ਆ ਨਾਲ ਹੀ ਆ ਗਿਆ ਕਿਧਰੋਂ। ਹਾਂਜੀ, ਉੱਥੇ ਤਕਰੀਬਨ ਸਵੇਰੇ ਹੀ
25-30 ਵਹੀਕਲ ਜਿਹੜੇ ਆ ਅਮਰੀਕਾ ਕੈਨੇਡਾ ਹੀ ਤਾਂ ਵੱਜਦੇ ਸੁਣੇ ਸੀ ਇੰਨੇ ਆਪਣੇ, ਕਿਉਂਕਿ ਹੁਣ ਡਬਲ ਰੋਡਸ ਹੋ ਗਈਆਂ, ਸਪੀਡ ਦੱਬੀ ਆਉਂਦੇ ਆ, ਸਿੰਗਲ ਰੋਡ ਤੇ ਤਾਂ ਅਗਲਾ ਸੰਭਲ ਕੇ ਚੱਲਦਾ ਸੀ। ਬਿਲਕੁਲ। ਤੇ ਫਿਰ ਉਹਨਾਂ ਦੇ ਪੜਾਕੇ ਪੈ ਗਏ ਜੀ। ਸ਼ੁਕਰ ਹੈ ਕਿਸੇ ਦੀ ਜਾਨ ਨਹੀਂ ਗਈ। ਮੈਂ ਤੁਹਾਡੀ ਗੱਲ 'ਚ ਵਾਅਦਾ ਕਰਦੇ ਹਾਂ, ਮੈਨੂੰ ਕੱਲ ਤਲਵੰਡੀ ਸਾਬੋ ਤੋਂ ਇੱਕ ਗੁਰਦੀਪ ਸਿੰਘ ਸਿੱਧੂ ਆ, ਉਹਨਾਂ ਦੀ ਕਾਲ ਆਈ। ਉਹ ਕਹਿੰਦੇ ਜੀ ਕੁਛ ਮਾੜਾ ਮੋਟਾ ਸਾਡੇ ਬਾਰੇ ਵੀ ਸੋਚੋ, ਜਿਹੜੇ ਅਸੀਂ ਆਉਣ ਜਾਣ ਵਾਲੇ ਬੰਦੇ ਆ, ਕੁਛ ਮੁਲਾਜ਼ਮ ਪੇਸ਼ਾ ਲੋਕ ਵੀ ਹੈ, ਨੌਕਰੀ ਪੇਸ਼ਾ ਲੋਕ ਵੀ ਹੈ, ਬੱਚਿਆਂ ਨੇ ਵੀ ਸਕੂਲ ਜਾਣਾ ਹੁੰਦਾ। ਮੈਂ ਕਿਹਾ ਵੀ ਕੀ ਗੱਲ? ਉਹ ਕਹਿੰਦੇ ਆਪਣੀਆਂ ਸੜਕਾਂ ਦੇ ਉੱਤੇ ਪਹਿਲਾਂ ਹੁੰਦੀਆਂ ਸੀ ਚਿੱਟੀਆਂ ਪੱਟੀਆਂ, ਧੁੰਦ ਦੇ ਮੌਸਮ ਦੇ ਵਿੱਚ ਚਿੱਟੀ ਪੱਟੀ ਹੀ ਰੌਸ਼ਨੀ ਦਿਖਾਉਂਦੀ ਹੈ, ਰਾਹ ਦਿਖਾਉਂਦੀ ਹੈ, ਹੋਰ ਕੁਝ ਨਹੀਂ ਪਤਾ ਲੱਗਦਾ। ਤੁਸੀਂ ਲਾਈਟਾਂ ਛੱਡ ਲਓ, ਲਾਈਟਾਂ ਨਾਲ ਕੁਝ ਨਹੀਂ ਪਤਾ ਲੱਗਦਾ। ਹੁਣ ਕਿਸੇ ਵੀ ਸੜਕ ਦੇ ਉੱਤੇ ਤੁਹਾਨੂੰ ਚਿੱਟੀ ਪੱਟੀ ਨਹੀਂ ਮਿਲੂਗੀ। ਦੱਸੋ, ਇਹ ਕੰਮ ਜਿਹੜੇ ਵੱਖ-ਵੱਖ ਅਦਾਰੇ ਹੈ, ਜਿਹੜੇ ਸੜਕਾਂ ਦੀ ਦੇਖਭਾਲ ਕਰਦੇ ਹੈ, ਉਹਨਾਂ ਨੂੰ ਇਹ ਕੰਮ ਅੱਜ ਤੋਂ 20-25 ਦਿਨ ਪਹਿਲਾਂ ਕਰ ਦੇਣਾ ਚਾਹੀਦਾ ਸੀ, ਕਿਉਂਕਿ ਤਾਂ ਸਭ ਨੂੰ ਪਤਾ ਸੀ ਨਾ ਕਿ ਦਸੰਬਰ ਦੇ ਮਤਲਬ ਅੱਧ ਤੋਂ ਬਾਅਦ ਜਿਹੜੀਆਂ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਔਰ ਉਹਨਾਂ ਧੁੰਦਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਕੀ ਤੁਸੀਂ ਲੋਕਾਂ ਨੂੰ, ਜਦੋਂ ਕੋਈ 8-10 ਲੋਕ ਮਰ ਗਏ ਉਦੋਂ ਕਰੋਗੇ? ਤੁਸੀਂ ਤਾਂ ਅੱਜ ਕਰਦੇ ਹੋ ਨਾ ਵੀ ਵਨ ਵੇ ਟ੍ਰੈਫਿਕ ਹੈਗਾ, ਦੱਬੀ ਤੁਰੇ ਆਉਂਦੇ। ਜਦੋਂ ਹੁਣ ਇਸ ਤਰ੍ਹਾਂ ਹੋਣਗੀਆਂ ਪਤਾ ਹੀ ਨਹੀਂ ਲੱਗਦਾ, ਆਮਣੀਆਂ ਸਾਹਮਣੀਆਂ ਟੱਕਰਾਂ ਹੋਣਗੀਆਂ। ਬੰਦਾ ਬਾਈਕ ਤੇ ਜਾਂਦਾ ਹੈ, ਸਕੂਟਰ ਮੋਟਰਸਾਈਕਲ ਤੇ ਜਾਂਦਾ ਹੈ, ਤੇ ਉਹਦਾ ਜਾ ਕੇ ਪਤਾ ਨਹੀਂ ਕਾਹਦੇ 'ਚ ਵੱਜੇ। ਬਾਕੀ ਗੱਲਾਂ ਛੱਡ ਦਿਓ ਤੁਸੀਂ, ਚਲੋ ਲਾਈਟਾਂ ਚੱਲਦੀਆਂ ਹੋਣਗੀਆਂ, ਅਵਾਰਾ ਪਸ਼ੂ ਆ ਜਾਂਦੇ, ਕੁੱਤੇ ਆ ਜਾਂਦੇ, ਉਹਨਾਂ ਦੇ ਨਾਲ ਟੱਕਰੇ ਹੋ ਗਏ, ਤੇ ਫਿਰ ਕੀ ਕਰੋਗੇ ਜੀ? ਇਹਦੇ ਤੇ ਮਤਲਬ ਇਹ ਜਿਹੜੀ ਹੈ ਇਧਰ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ, ਪਰ ਸਰਕਾਰ ਕੀ ਕਰੇ? ਸਰਕਾਰ ਤੋਂ ਤਾਂ ਬਾਹਰਲੇ ਕੰਮ ਨਹੀਂ ਸੰਭਲਦੇ ਇਹਨਾਂ ਕੰਮਾਂ। ਫਿਰ 3 ਬੱਚੀਆਂ ਜੀ ਫਾਜ਼ਿਲਕਾ ਕੋਲੇ, ਪਿਓ ਸੀ, ਤਿੰਨੇ ਇੱਕੋ ਬਾਪ ਦੀਆਂ, ਪਤਾ ਨਹੀਂ ਇੱਕੋ ਘਰ ਦੀਆਂ ਤਿੰਨੇ ਬੱਚੀਆਂ, ਉਹ ਵਿਚਾਰੀਆਂ ਅੱਜ ਜਾਨ ਗਵਾ ਬੈਠੀਆਂ। ਇੱਕ ਟੀਚਰ ਸਾਹਨੇਵਾਲ ਕੋਲ ਜਾਨ ਗਵਾ ਬੈਠੀ ਅੱਜ ਜੀ। ਇੱਕ ਸਕੂਲੀ ਬੱਚਿਆਂ ਦਾ ਅੱਜ ਸਵੇਰੇ ਬੱਸ, ਸਕੂਲੀ ਬੱਸ ਦਾ ਤੇ ਕਾਰ ਦਾ ਫਰੀਦਕੋਟ ਦੇ ਕੋਲੇ ਟੱਕਰ ਹੋਈ ਹੈ। ਹੋਰ ਵੀ ਪਤਾ ਨਹੀਂ ਕਿੰਨੀਆਂ ਖਬਰਾਂ। ਹਰਿਆਣੇ ਦਾਨੇ ਵਾਲੀਆ ਸਾਹਿਬ, ਹਰਿਆਣੇ ਦੇ ਵਿੱਚ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਕਾਫਲਾ ਜਿਹੜਾ ਹੈਗਾ, ਉਹ ਚਲੋ ਦੁਸ਼ਯੰਤ ਚੌਟਾਲਾ ਹੋਰੀ ਸੱਟ ਤੋਂ ਤਾਂ ਬਚ ਗਏ, ਉਹਨਾਂ ਦੇ ਕਾਫਲੇ ਦੀਆਂ ਗੱਡੀਆਂ ਦਾ ਵੀ ਹਾਦਸਾ ਹੋ ਗਿਆ। ਦੱਸੋ, ਜੇ ਡਿਪਟੀ ਮੁੱਖ ਮੰਤਰੀ ਦਾ ਹੋ ਸਕਦਾ ਜਿਹਦੇ ਨਾਲ ਤਾਂ ਬਹੁਤ ਪੁਲਿਸ ਤੇ ਬੜਾ ਕੁਝ ਚੱਲਦਾ ਹੈ, ਉਹਦੀ ਸਥਿਤੀ ਫਿਰ ਆਮ ਲੋਕਾਂ ਦਾ ਕੀ ਬਣੂਗਾ ਜੀ? ਸੋ ਕੀ ਸਰਕਾਰ ਨੇ ਕੁਛ ਸਕੂਲੀ ਜਾਂ ਹੋਰ ਮੌਸਮ ਵਿਗੜਿਆ? ਬਸ ਹਾਈ ਗੱਲ ਹੈ ਨਾ, ਹਾਂ ਗੱਲ ਹੈ ਕਿ ਜਦੋਂ ਪਹਿਲਾਂ ਕੋਈ ਘਟਨਾ ਵਾਪਰਦੀ ਹੈ, ਦੁਰਘਟਨਾ ਵਾਪਰਦੀ ਹੈ, ਉਹ ਇੱਕ ਆਪਣੇ ਪਹਿਲਾਂ ਲੱਗਦੇ ਹੁੰਦੇ ਸੀ, ਆਪਾਂ ਸਟੇਸ਼ਨਾਂ ਤੇ ਦੇਖਦੇ ਸੀ, ਸਾਵਧਾਨੀ ਹਟੀ ਦੁਰਘਟਨਾ ਘਟੀ ਜੀ। ਵੀ ਸਾਵਧਾਨੀ ਜਿਹੜੀ ਹੈਗੀ ਹੈ ਪਹਿਲਾਂ ਕਿਉਂ ਨਹੀਂ ਆਉਂਦੀ? ਜਦੋਂ ਕੋਈ ਦੁਰਘਟਨਾ ਘਟ ਜਾਂਦੀ ਹੈ, ਕੋਈ ਹਾਦਸਾ ਹੋ ਜਾਂਦਾ ਹੈ, ਜਾਨੀ ਨੁਕਸਾਨ ਹੋ ਜਾਂਦਾ, ਤੇ ਸਰਕਾਰ ਫਿਰ ਜਾਗਦੀ ਹੈ। ਪ੍ਰੈਡਿਕਸ਼ਨ ਜਿਹੜੀ ਹੈਗੀ ਹੈ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨਾਂ 'ਚ ਪਹਿਲਾਂ ਹੀ ਆ ਰਹੀ ਸੀ, ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਵਿੱਚ, ਕਿ ਆਹ ਜਿਹੜਾ ਹਫ਼ਤਾ 10 ਦਿਨ ਹੈ, ਇਹਨਾਂ ਹਫ਼ਤਾ 10 ਦਿਨਾਂ ਦੇ ਵਿੱਚ ਧੁੰਦ ਪੈਣੀ ਹੈ, ਤੇ ਕਾਫੀ ਧੁੰਦ ਪੈਣੀ ਹੈ। ਇਹਨੂੰ ਮੁੱਖ ਰੱਖਦਿਆਂ ਹੋਇਆਂ ਤਾਂ ਇੰਤਜ਼ਾਮਾਤ ਪਹਿਲਾਂ ਹੀ ਕਰਨੇ ਚਾਹੀਦੇ ਸੀ ਜੀ। ਹੁਣ ਸਭ ਤੋਂ ਵੱਡੀ ਇਹ ਹੈ ਕਿ ਜਿਹੜੇ ਛੋਟੇ ਬੱਚੇ ਹੈ, ਸਕੂਲਾਂ ਨੂੰ ਜਾਣ ਵਾਲੇ ਹੈ ਜੀ, ਉਹਨਾਂ ਨੂੰ ਸਕੂਲਾਂ ਦੀਆਂ ਗੱਡੀਆਂ ਲੈ ਕੇ ਜਾਂਦੀਆਂ, ਜਾਂ ਮਾਪੇ ਆਪਣੇ ਸਾਧਨਾਂ ਤੇ ਛੱਡ ਕੇ ਆਉਂਦੇ ਹੈ। ਆ ਤੁਸੀਂ ਦੱਸੀ ਜਾਂਦੇ ਵੀ 3 ਬੱਚੀਆਂ ਇੱਕ ਥਾਂ ਕਿਤੇ ਸਕੂਲ ਦਾ ਹਾਦਸਾ, ਕਿਤੇ ਹਾਂਜੀ ਹਾਂ ਸਾਰੇ ਥਾਵਾਂ ਤੇ ਹੋ ਗਿਆ। ਪਿਓ ਜ਼ਖਮੀ ਹੈ, ਤਿੰਨੇ ਬੱਚੇ ਪਿਓ ਜ਼ਖਮੀ ਹੈ, ਤਿੰਨੇ ਬੱਚੇ। ਬਿਲਕੁਲ। ਹੁਣ ਅੱਜ ਜਦੋਂ ਇਹ ਨੁਕਸਾਨ ਹੋ ਗਿਆ, ਤੇ ਮੁੱਖ ਮੰਤਰੀ ਸਾਹਿਬ ਦਾ ਖੈਰ ਬਾਹਰੋਂ ਉਹਨਾਂ ਦਾ ਟਵੀਟ ਆ ਗਿਆ ਕਿ ਜੀ ਕੱਲ ਤੋਂ ਸਕੂਲਾਂ ਦਾ ਟਾਈਮ ਟੇਬਲ ਚੇਂਜ ਕਰਤਾ। ਅੱਛਾ ਜੀ। ਤੇ ਟਾਈਮ ਟੇਬਲ ਹੁਣ ਇਹ ਜਿਹੜਾ ਸਕੂਲ ਸਵੇਰੇ 10 ਵਜੇ ਲੱਗਣਗੇ, ਇਹ ਟਾਈਮ ਟੇਬਲ ਚੇਂਜ ਕਰਤਾ ਜੀ। ਵੈਸੇ ਇਹ ਛੁੱਟੀਆਂ ਕਰ ਦਿਓ, ਸਿਆਲਾਂ ਦੀਆਂ ਵੱਡੇ ਦਿਨਾਂ ਦੀਆਂ ਛੁੱਟੀਆਂ 'ਚ ਕੀ ਮਗਰ ਰਹਿ ਗਿਆ? ਨਹੀਂ, ਮੈਂ ਕਹਿੰਦਾ ਵੀ ਇਹ ਜਿਹੜੀ ਉਹਨਾਂ ਨੇ ਹੁਣ ਕੀਤੀ ਹੈ, ਵੀ ਇਹ ਪ੍ਰੈਡਿਕਟ ਤਾਂ ਆਮ ਸਭ ਆਪਣੇ ਤਾਂ ਪ੍ਰੈਡਿਕਸ਼ਨ ਅਮਰੀਕਾ ਕੈਨੇਡਾ ਵਾਂਗੂ ਬਿਲਕੁਲ ਸਹੀ ਹੋਣ ਲੱਗ ਪਈ। ਹੁਣ ਤਾਂ ਮੌਸਮ ਪਹਿਲਾਂ ਹੀ ਨਹੀਂ ਸੀ, ਮੌਸਮ ਵਿਭਾਗ ਦੇ ਅੰਦਾਜ਼ੇ ਹੁਣ ਤਾਂ ਜਮਾਂ ਸਹੀ ਆਉਂਦੇ, ਕਿੱਦਣ ਮੀਂਹ ਪੈਣਾ, ਕਿੱਦਣ ਠੰਡ ਪੈਣੀ ਹੈ। 5 ਦਿਨ ਪਹਿਲਾਂ ਦੱਸਤਾ ਸੀ 16 ਤਰੀਕ ਤੋਂ ਠੰਡ ਪੈਣ ਲੱਗੂਗੀ, ਅੱਜ 20 ਹੋ ਗਈ, ਤੇ ਦੇਖ ਲਓ। ਬਿਲਕੁਲ ਇਹ ਅੱਜ ਹੁਣ ਉਹਨਾਂ ਨੇ ਕੀਤਾ ਹੈ। ਚਲੋ ਫਿਰ ਵੀ ਅਸੀਂ ਖੁਸ਼ਾਮਦੀਦ ਕਹਿੰਦੇ, ਚੰਗੀ ਗੱਲ ਹੈ ਜੀ, ਤੁਸੀਂ ਇਹ ਫੈਸਲਾ ਕਰ ਲਿਆ, ਕਿਉਂਕਿ ਬੱਚੇ ਹੀ ਸਾਡੀ ਅਸਲ ਪ੍ਰਾਪਰਟੀ ਜਿਹੜੀ ਹੈਗੀ ਹੈ, ਨੇਸ਼ਨ ਦੀ ਪ੍ਰਾਪਰਟੀ, ਉਹ ਬੱਚੇ ਹੈ। ਉਹਨਾਂ ਦੇ ਬਚਪਨ 'ਚ ਸੱਟ ਵੱਜ ਗਈ, ਸਾਰੀ ਉਮਰ ਦੀ ਪਤਾ ਨਹੀਂ ਕੀ ਬਣਨਾ ਸੀ ਉਹਨਾਂ ਨੇ। ਦਾਨੇ ਵਾਲੀਆ ਸਾਹਿਬ ਤਾਂ ਉਦੋਂ ਪਤਾ ਲੱਗਦਾ ਨਾ ਜਦੋਂ ਤੁਹਾਡੇ ਕੋਲੇ ਤੁਸੀਂ ਜਦੋਂ 50 ਸਾਲ ਤੋਂ ਉੱਪਰ ਟੱਪ ਜਾਂਦੇ ਹੋ, ਜਿਹੜੀਆਂ ਬਚਪਨ ਦੀਆਂ ਸੱਟਾਂ ਵੱਜੀਆਂ ਹੁੰਦੀਆਂ ਜੀ। ਮੈਨੂੰ ਨਹੀਂ ਪਤਾ ਮੇਰੇ ਸੱਟ ਕਦੋਂ ਵੱਜੀ ਸੀ, ਮੈਨੂੰ ਆ ਗੋਡਾ ਕਿਉਂ ਚੇਂਜ ਕਰਾਉਣਾ ਪੈ ਗਿਆ। ਗੋਡਾ ਮੈਨੂੰ ਇਸ ਕਰਕੇ ਚੇਂਜ ਕਰਾਉਣਾ ਪੈ ਗਿਆ ਕਿਉਂਕਿ ਝਿੱਲੀ ਲੀਕ ਹੋ ਗਈ। ਝਿੱਲੀ ਹੁਣ ਤਾਂ ਕੋਈ ਸੱਟ ਵੱਜੀ ਨਹੀਂ ਸੀ। ਜਦੋਂ ਡਾਕਟਰ ਨੇ ਕੰਸਲਟ ਕੀਤੀ, ਪੁੱਛਿਆ, ਉਹ ਕਹਿੰਦਾ ਇਹ ਕਿਤੇ ਕੋਈ ਬਚਪਨ ਦੇ ਵਿੱਚ ਸੱਟ ਵੱਜੀ ਹੈ।
ਉਹ ਫਿਰ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਉਹ ਜਿਹੜੀ ਹੈਗੀ ਹੈ ਸੱਟਾਂ ਫੇਟਾਂ ਜਿਹੜੀਆਂ ਵੱਜੀਆਂ ਹੁੰਦੀਆਂ ਕੁੱਟ ਕਟਾਪੇ ਹੋਏ ਹੁੰਦੇ ਆ, ਜਦੋਂ ਪੁਰੇ ਦੀ ਵਾਹ ਵਗਦੀ ਆ ਉਦੋਂ ਚਸਕਦੀਆਂ ਬੁਢਾਪੇ ਦੇ ਵਿੱਚ ਜਾ ਕੇ ਪਤਾ ਲੱਗਦਾ ਜਦੋਂ ਸੱਟਾਂ ਵਗੈਰਾ ਵੱਜੀਆਂ ਹੁੰਦੀਆਂ। ਔਰ ਮਤਲਬ ਇਸ ਮੌਸਮ ਦੇ ਵਿੱਚ ਤਾਂ ਸਰਕਾਰਾਂ ਨੂੰ ਪਹਿਲਾਂ ਹੀ ਦੇਖਣਾ ਚਾਹੀਦਾ ਕਿ ਬੱਚੇ ਆ ਜਿਹੜੇ ਇਹਨਾਂ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ, ਕਿਉਂਕਿ ਵਿਦੇਸ਼ਾਂ ਦੇ ਵਿੱਚ ਦਾਣੇ ਵਾਲੀਆਂ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਅਹਿਮੀਅਤ ਉਹ ਬੱਚੇ ਦੀ ਹੈ, ਪ੍ਰਾਇੋਰਟੀ ਬੱਚੇ ਨੂੰ ਦਿੱਤੀ ਜਾਂਦੀ ਹੈ ਜੀ। ਉੱਥੇ ਤਾਂ ਢਿੱਲੋਂ ਸਾਹਿਬ ਕਿਸੇ ਵਿਆਹ ਸ਼ਾਦੀ ਤੇ ਜਾਂਦੇ ਉਹ ਕੁੱਪੇ ਪਾ ਕੇ ਜਾਂਦੇ ਆ ਕੰਨਾਂ ਤੇ ਵੀ ਆਵਾਜ਼ ਨਾ ਸਪੀਕਰਾਂ ਦੀ ਹੋਵੇ, ਤੇ ਇੱਥੇ ਅਸੀਂ ਜਵਾਕ ਉਵੇਂ ਹੀ ਚੱਕੀ ਫਿਰਦੇ। ਹਾਂਜੀ। ਤੇ ਢਿੱਲੋਂ ਸਾਹਿਬ ਪੰਚਾਇਤੀ ਇਜਲਾਸਾਂ ਦੀ ਵੀ ਗੱਲ ਕਰਾਂਗੇ, ਪਰ ਕਹਿੰਦੇ ਸੁੱਚਾ ਸਿੰਘ ਲੰਗਾਹ ਹੋਰੀ ਕਹਿੰਦੇ ਹੁਣ ਪੂਰਨ ਤੌਰ ਤੇ ਛਵੱਛ ਹੋ ਗਏ। ਸਜ਼ਾ ਕਹਿੰਦੇ ਜੀ ਉਹਨਾਂ ਨੇ ਪੂਰੀ ਕਰ ਲਈ ਹੈ। ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਕੱਲ, ਉਹਨਾਂ ਨੇ ਜਿਹੜਾ ਬਿਆਨ ਵੀ ਦਿੱਤਾ ਹੈ ਜੀ, ਕਹਿੰਦੇ ਜੀ ਮੈਂ ਸਜ਼ਾ ਪੂਰੀ ਕਰ ਲਈ ਹੈ। ਇਹ ਹੁਣ ਜਿਹੜੇ ਸਾਡੇ ਧਾਰਮਿਕ ਆਗੂ ਹੈ ਅਗਲਾ ਜਿਹੜਾ ਹੈਗਾ ਉਹਨਾਂ ਨੇ ਫਰਮਾਨ ਜਾਰੀ ਕਰਨਾ ਹੈ, ਕਿਉਂਕਿ ਜਿੰਨੀ ਸਜ਼ਾ ਲਾਈ ਸੀ ਉਹ ਹੈ ਮੇਰਾ ਖਿਆਲ ਹੈ ਵੀ ਇਹ ਤੋਂ ਬਾਅਦ ਅਰਦਾਸ ਕਰ ਦੇਣਗੇ ਜੀ, ਅਰਦਾਸ ਕਰਵਾ ਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਪਾਕ ਪਵਿੱਤਰ ਐਲਾਨ ਦੇਣਾ ਵੀ ਲਓ ਜੀ ਜਿਹੜੀ ਇਹਨਾਂ ਨੇ ਆਪਣੀ ਅਵਗਿਆ ਕੀਤੀ ਸੀ, ਧਾਰਮਿਕ ਅਵਗਿਆ ਕੀਤੀ ਸੀ, ਉਹ ਹੁਣ ਸਜ਼ਾ ਭੁਗਤ ਲਈ ਤੇ ਪੂਰੀ ਹੋ ਗਈ। ਪਰ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਉਹਨਾਂ ਨੇ, ਅਕਾਲੀ ਦਲ ਨਾਲ ਮੈਂ ਮਰਦੇ ਦਮ ਤੱਕ ਜਿੰਨੀ ਦੇਰ ਤੱਕ ਮੈਂ ਜਿਉਂਦਾ ਰਹੂੰਗਾ ਮੈਂ ਰਹੂੰਗਾ ਅਕਾਲੀ ਦਲ ਨਾਲ ਹੀ। ਦਾਨੇਵਾਲੀਆ ਸਾਹਿਬ ਜਦੋਂ ਅਕਾਲੀ ਦਲ ਨਾਲ ਰਹਿਣ ਦੀ ਤਾਂ ਕੋਈ ਗੱਲ ਨਹੀਂ, ਤੁਸੀਂ ਸਜ਼ਾ ਧਾਰਮਿਕ ਸਜ਼ਾ ਭੁਗਤ ਲਈ। ਇਸ ਮੌਕੇ ਤੇ ਇਹ ਗੱਲ ਕਹਿਣ ਦੀ ਕੀ ਲੋੜ ਸੀ, ਸੁਨੇਹਾ ਕਿਹਨੂੰ ਦੇ ਰਹੇ ਜੀ? ਕੀ ਹੈ ਅਕਾਲੀ ਦਲ ਦੇ ਸੁਪਰੀਮੋ ਨੂੰ ਦੇ ਰਹੇ ਜੀ, ਮਤਲਬ ਮੈਂ ਤੁਹਾਡਾ ਤਾਬੇਦਾਰ ਹਾਂ ਜੀ, ਤੇ ਜਿਹੜਾ ਤੁਸੀਂ ਅਹਿਸਾਨ ਕੀਤਾ ਰੈੱਡ ਕਾਰਪੇਟ, ਹਾਂ ਜਿਹੜਾ ਇਹਦੇ ਮਤਲਬ ਹੈ ਕਿ ਵੀ ਜੋ ਮੈਨੂੰ ਸੇਵਾ ਲਾਓਗੇ, ਸੇਵਾ ਦਿਓਗੇ, ਸੇਵਾ ਤਾਂ ਧਾਰਮਿਕ ਸੇਵਾ ਤਾਂ ਲਾਤੀ ਅਕਾਲ ਤਖਤ ਸਾਹਿਬ ਦੇ ਸੇਵਾ ਲਾਉਣੀ ਹੁੰਦੀ ਹੈ ਜੀ, ਦਿਓਗੇ ਨਹੀਂ, ਉਹ ਵੀ ਲਾਉਣੀ ਹੁੰਦੀ ਹੈ ਅੱਜ ਕੱਲ ਵੀ ਲਾਓ ਜੀ ਸੇਵਾ। ਚਲੋ ਆਓ ਸੇਵਾ ਲਾਓ, ਜਨਤਾ ਦੀ ਸੇਵਾ ਕਰਨੀ ਹੈ ਨਾ। ਹੁਣ ਉਹ ਸੇਵਾ ਕਿਹੋ ਜੀ ਕਰਨੀ ਹੈ? ਅਦਾਲਤ ਦੇ ਵਿੱਚੋਂ ਤਾਂ ਕਹਿੰਦੇ ਜੀ ਦੋਸ਼ ਮੁਕਤ ਹੋ ਗਏ, ਗਵਾਹੀਆਂ ਵੀ ਮੁੱਕਰ ਗਈਆਂ, ਸਾਰਾ ਕੁਝ ਹੈ ਨਹੀਂ, ਤੇ ਇਧਰ ਉਹਨਾਂ ਨੇ ਸਭ ਕੁਝ ਪ੍ਰਵਾਨ ਵੀ ਕਰ ਲਿਆ। ਆਪਣੇ ਇੱਕ ਸੱਜਣ ਹੈ ਜੀ, ਮੈਨੂੰ ਉਹਨਾਂ ਨੇ ਕਈ ਦਿਨ ਪਹਿਲਾਂ ਫੋਨ ਕੀਤਾ ਸੀ ਇੰਗਲੈਂਡ ਤੋਂ, ਕਹਿੰਦੇ ਯਾਰ ਇਹ ਗੱਲ ਸੁਣੋ ਵੀ ਜਦੋਂ ਹੁਣ ਇਹ ਪ੍ਰੂਵ ਹੋ ਗਿਆ ਉਹਨੇ ਸਜ਼ਾ ਵੀ ਭੁਗਤ ਲਈ, ਧਾਰਮਿਕ ਸਜ਼ਾ ਭੁਗਤ ਲਈ, ਪ੍ਰਵਾਨ ਵੀ ਕਰ ਲਿਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਕਿਹਾ ਵੀ ਹਾਂ ਮੈਥੋਂ ਇਹ ਖੁਨਾਮੀ ਹੋਈ ਹੈ, ਮੈਥੋਂ ਇਹ ਗਲਤੀ ਹੋਈ ਹੈ ਜੀ। ਤੇ ਫਿਰ ਜਿਹੜੀ ਬੀਬੀ ਨੇ ਉਹਦੇ ਖਿਲਾਫ ਕੇਸ ਰਜਿਸਟਰ ਕਰਾਇਆ ਸੀ, ਪਹਿਲਾਂ ਕੇਸ ਰਜਿਸਟਰ ਕਰਾ ਕੇ ਉੱਤੇ ਇਲਜ਼ਾਮ ਲਾਇਆ, ਫਿਰ ਜੇਲ੍ਹ ਭਜਵਾਇਆ, ਜੇਲ੍ਹ ਭਜਵਾ ਕੇ ਫਿਰ ਉਹਨੂੰ ਜਿਹੜਾ ਹੈਗਾ ਬਾਹਰ ਵੀ ਕਢਵਾਇਆ, ਤੇ ਸਜ਼ਾ ਤਾਂ ਫਿਰ ਉਹਨੂੰ ਵੀ ਚਾਹੀਦੀ ਜੀ। ਇੱਥੇ ਕਾਨੂੰਨ ਚੁੱਪ ਕਿਉਂ ਹੈ? ਇਹ ਮੇਰਾ ਨਹੀਂ ਕਹਿਣਾ, ਇਹ ਉਹਨਾਂ ਦਾ ਇੱਕ ਸਵਾਲ ਸੀ ਜੀ। ਉਹ ਕਹਿੰਦੇ ਵੀ ਘੱਟੋ ਘੱਟ ਜਿਹੜੇ ਸਾਡੇ ਵਿਚਾਰ ਜਿਹੜੇ ਇਸ ਕਿਸਮ ਦੇ ਵੀ ਅਗਾਂਹ ਨੂੰ ਕਿਸੇ ਹੋਰ ਨੂੰ, ਇਹਦਾ ਮਤਲਬ ਹੈ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਇਹਦੇ ਵਿੱਚ ਕਸੂਰਵਾਰ ਉਹ ਵੀ ਹੈ ਜੀ। ਤੇ ਉਹ ਹੁਣ ਉਹ ਤੋਂ ਬਾਅਦ ਦੇ ਵਿੱਚ ਤਾਂ ਫਿਰ ਤੁਸੀਂ ਸੁਣ ਲਿਆ ਹੋਣਾ, ਉਹਨਾਂ ਨੇ ਸੁੱਖੀ ਰੰਧਾਵੇ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਵੀ ਕਰਤੀ ਸੀ ਬਿਲਕੁਲ ਕਿ ਮੈਥੋਂ ਤਾਂ ਸਾਰਾ ਕੁਝ ਉਹਨੇ ਕਰਵਾਇਆ ਤੇ ਚਾਬੀ ਇਹਨੇ ਭਰੀ ਸੀ। ਪਰ ਹੁਣ ਜਦੋਂ ਉਹਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਆਪਣਾ ਗੁਨਾਹ ਕਬੂਲ ਕਰ ਲਿਆ ਤੇ ਫਿਰ ਉਹ ਸੁੱਖੀ ਵਾਲੀ ਪ੍ਰੈਸ ਕਾਨਫਰੰਸ ਦਾ ਕੀ ਬਣਿਆ? ਇਹਦਾ ਮਤਲਬ ਹੈ ਕਿ ਗੁਨਾਹ ਤੋਂ ਬਾਅਦ ਇੱਕ ਗੁਨਾਹ ਹੋਰ ਕੀਤਾ, ਇੱਕ ਹੋਰ ਗੁਨਾਹ ਕੀਤਾ, ਇਹਦਾ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਜੀ। ਤੇ ਹੁਣ ਢਿੱਲੋਂ ਸਾਹਿਬ ਗੱਲ ਕਰਦੇ ਹਾਂ ਆਪਾਂ ਪੰਚਾਇਤੀ ਇਜਲਾਸ ਦੀ। ਮੈਨੂੰ ਲੱਗਦਾ ਪਹਿਲੀ ਵਾਰੀ ਬੜੀ ਦੇਰ ਬਾਅਦ ਹੋਇਆ ਕਿ ਜਰਨਲ ਇਜਲਾਸ ਜਿਹੜੇ ਆ ਪਿੰਡਾਂ 'ਚ ਹੋਣੇ ਸ਼ੁਰੂ ਹੋ ਗਏ ਨੇ। ਇਹ ਇੱਕ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ। ਦੇਖੋ ਗੱਲ ਇੱਕ ਇਹ ਹੈ ਕਿ ਜਿਹੜਾ ਪੰਚਾਇਤੀ ਐਕਟ ਹੈ ਜਿਹੜੀ 73ਵੀਂ ਤੇ 74ਵੀਂ ਹੈ ਮੇਰਾ ਖਿਆਲ ਸੰਵਿਧਾਨਕ ਸੋਧ ਜੀ, ਇਹ ਰਾਜੀਵ ਗਾਂਧੀ ਦੇ ਜ਼ਮਾਨੇ ਦੇ ਵਿੱਚ ਇਹ ਸੰਵਿਧਾਨਕ ਸੋਧ ਕਰਕੇ ਪੰਚਾਇਤਾਂ ਨੂੰ ਤੇ ਲੋਕਲ ਬਾਡੀਜ਼ ਨੂੰ, ਖਾਸ ਕਰਕੇ ਪੰਚਾਇਤਾਂ ਨੂੰ ਵੱਧ ਪਾਵਰਾਂ ਦਿੱਤੀਆਂ ਸੀ। ਉਹਦੇ ਵਿੱਚ ਜਿਹੜੀ ਹੈ ਗ੍ਰਾਮ ਸਭਾ ਜੀ, ਗ੍ਰਾਮ ਸਭਾ ਨੂੰ ਇੱਕ ਅਹਿਮੀਅਤ ਦਿੱਤੀ ਗਈ ਸੀ ਕਿ ਗ੍ਰਾਮ ਸਭਾ ਜਿਹੜੀ ਹੈਗੀ ਹੈ ਉਹ ਆਪਣੇ ਪਿੰਡਾਂ ਦੇ ਫੈਸਲੇ ਲੈ ਲਵੇ। ਮੈਂ ਕੱਲ ਕਿਸੇ ਸੀਨੀਅਰ ਜਰਨਲਿਸਟ ਨੂੰ ਸੁਣ ਰਿਹਾ ਸੀ ਜੀ, ਆਹੀ ਜਿਵੇਂ ਤੁਹਾਡੀ ਇਹਦੀ ਵਾਲੀ ਹੈਗੀ ਹੈ ਜੀਰੇ ਵਾਲੀ ਫੈਕਟਰੀ ਦੀ ਗੱਲ ਇਹਦੀ ਚੱਲੀ ਸੀ। ਉਹਨਾਂ ਨੇ ਦੱਸਿਆ ਵੀ ਕੇਰਲਾ ਦੇ ਵਿੱਚ ਕਿਸੇ ਕੰਪਨੀ ਨੇ ਜੀ ਕੋਈ ਪਲਾਂਟ ਲਾ ਲਿਆ। ਅੱਛਾ ਜੀ। ਪਲਾਂਟ ਲਾਉਣ ਤੋਂ ਬਾਅਦ ਉਹਨਾਂ ਨੇ ਜਿਹੜੇ ਹੈਗੇ ਆਪਦਾ ਹਿਸਾਬ ਕਿਤਾਬ ਕਰਤੇ ਤੇ ਉੱਥੇ ਦੀ ਜਿਹੜੀ ਹੈ ਪਿੰਡ ਦੀ ਗ੍ਰਾਮ ਸਭਾ ਨੇ ਰੈਜੂਲੇਸ਼ਨ ਪਾਸ ਕਰਤਾ ਜੀ ਕਿ ਭਾਈ ਤੂੰ ਸਾਡਾ ਪਾਣੀ ਇਸਤੇਮਾਲ ਕਰਦਾ ਤੇ ਸਾਨੂੰ ਪੈਸੇ ਸਾਡੀ ਦੀ ਰਾਇਲਟੀ ਦੇ, ਔਰ ਉਹਦੇ ਆਧਾਰ ਤੇ ਰਾਇਲਟੀ ਮਿਲੀ ਜੀ। ਹੁਣ ਸਾਡੀਆਂ ਪੰਚਾਇਤਾਂ ਨੂੰ ਇਹ ਪਤਾ ਹੀ ਨਹੀਂ ਵੀ ਸਾਡੇ ਹੱਕ ਕੀ ਹੈ। ਬਿਲਕੁਲ ਆਪਾਂ ਪਹਿਲਾਂ ਵੀ ਗੱਲ ਕੀਤੀ ਤੇ ਮੈਂ ਅੱਜ ਫੇਰ ਤੁਹਾਨੂੰ ਯਾਦ ਕਰਾਉਣਾ ਸਾਡੇ ਸਰੋਤਿਆਂ ਨੂੰ ਵੀ ਕਿ ਇੱਥੇ ਜਦੋਂ ਮਨੀ ਸ਼ੰਕਰ ਐਰ ਸਾਹਿਬ ਰੂਰਲ ਡਿਵੈਲਪਮੈਂਟ ਪੰਚਾਇਤ ਮੰਤਰੀ ਹੁੰਦੇ ਸੀ ਕੇਂਦਰ 'ਚ, ਕਾਂਗਰਸ ਦੇ ਡਾਕਟਰ ਮਨਮੋਹਨ ਸਿੰਘ ਵੇਲੇ, ਉਦੋਂ ਉਹਨਾਂ ਨੇ ਇਸ ਗੱਲ ਦੇ ਉੱਤੇ ਸੀ ਕਿ ਤੁਸੀਂ ਆਪਣੇ ਬਜਟ ਵੀ ਬਣਾ ਸਕਦੇ ਹੋ ਜੀ।
ਬਜਟ ਬਣਾ ਕੇ ਤੁਸੀਂ ਸਰਕਾਰ ਕੋਲੇ ਪ੍ਰਪੋਜ਼ਲ ਭੇਜੋ, ਸਰਕਾਰ ਤੁਹਾਨੂੰ ਪੈਸਾ ਦੇਊਗੀ। ਲੇਕਿਨ ਗੱਲ ਹੈ ਕਿਸੇ ਨੂੰ ਪਤਾ ਹੀ ਨਹੀਂ ਸੀ। ਉਹਨੇ ਪੰਚਾਇਤਾਂ ਦੇ ਸਰਪੰਚਾਂ ਨੂੰ, ਪੰਚਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਹਾਨੂੰ ਪਤਾ, ਕਿਸੇ ਨੂੰ ਕੁਝ ਨਹੀਂ ਪਤਾ ਸੀ। ਉਸ ਵੇਲੇ ਉਹਨੇ ਜਿਹੜੇ ਮੌਕੇ ਦੇ ਅਫਸਰ ਸੀ ਉਹਨਾਂ ਦੀ ਝਾੜ ਝੰਪ ਵੀ ਕੀਤੀ ਸੀ ਕਿ ਇਹਨਾਂ ਨੂੰ ਸਿਖਾਇਆ ਕਿਉਂ ਨਹੀਂ। ਮੈਂ ਸਮਝਦਾ ਜਿਹੜਾ ਹੁਣ ਇਹ ਆਮ ਜਿਹੜੀਆਂ ਹੈਗੇ ਅਜਲਾਸ ਕਰਵਾਉਣੇ ਸ਼ੁਰੂ ਕੀਤੇ ਆ ਗ੍ਰਾਮ ਸਭਾਵਾਂ ਦੇ, ਇਹਦਾ ਕ੍ਰੈਡਿਟ ਜੇ ਕਿਸੇ ਬੰਦੇ ਨੂੰ ਜਾਂਦਾ ਤਾਂ ਉਹ ਕੁਲਦੀਪ ਸਿੰਘ ਧਾਲੀਵਾਲ ਹੈ, ਪੰਜਾਬ ਦੇ ਜਿਹੜੇ ਪੰਚਾਇਤ ਮੰਤਰੀ ਹੈ, ਕਿਉਂਕਿ ਉਹ ਆਪ ਸਰਪੰਚ ਰਹੇ ਵੀ ਹੈ, ਮੇਰਾ ਖਿਆਲ ਪੰਚਾਇਤ ਨਾਲ ਜੁੜੇ ਰਹੇ। ਠੀਕ ਹੈ ਜੀ। ਇਸ ਸਰਕਾਰ ਦੇ ਵਿੱਚ 2 ਬੰਦੇ ਹੈ ਜੀ, ਮੈਂ ਦੋਨਾਂ ਨੂੰ ਅੱਜ ਤੱਕ ਨਹੀਂ ਮਿਲਿਆ, ਜਿਨ੍ਹਾਂ ਬੰਦਿਆਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਗ੍ਰਾਸ ਰੂਟ ਲੈਵਲ ਤੇ ਸਭ ਕੁਝ ਜਾਣਦੇ ਤੇ ਠੀਕ ਤਰੀਕੇ ਨਾਲ ਕੰਮ ਕਰਦੇ ਹੈ ਜੀ। ਇੱਕ ਤਾਂ ਹੈਗੇ ਇਹ ਕੁਲਦੀਪ ਸਿੰਘ ਧਾਲੀਵਾਲ, ਕਿਉਂਕਿ ਇਹ ਆਪ ਜ਼ਮੀਨ ਨਾਲ ਜੁੜੇ ਹੋਏ ਹੈ। ਇਹਨਾਂ ਦੇ ਕੋਲ ਹੁਣ ਤੁਸੀਂ ਮਹਿਕਮੇ ਦੇਖੋ ਕੀ ਹੈ, ਪੰਚਾਇਤ ਮਹਿਕਮਾ ਇਹਨਾਂ ਦੇ ਕੋਲ, ਜੀ ਹਾਂ ਬਿਲਕੁਲ, ਖੇਤੀਬਾੜੀ ਮਹਿਕਮਾ ਇਹਨਾਂ ਕੋਲੇ ਹੈ, NRI ਮਹਿਕਮਾ ਇਹਨਾਂ ਦੇ ਕੋਲੇ ਹੈ। NRI ਸੰਮੇਲਨ ਵੀ ਕਰਨ ਲੱਗ ਗਏ ਕਿ ਲਿਆਓ ਭਾਈ ਤੁਸੀਂ ਆਓ, ਆ ਕੇ ਆਪਣੀਆਂ ਸ਼ਿਕਾਇਤਾਂ ਦੱਸੋ। ਅੱਛਾ, ਪੰਚਾਇਤਾਂ ਵਾਲੇ ਪਾਸੇ ਇਹਨਾਂ ਨੇ ਇਹ ਸ਼ੁਰੂ ਕਰਵਾਤਾ ਕਿ ਜੀ ਗ੍ਰਾਮ ਸਭਾਵਾਂ ਦੇ ਇਜਲਾਸ ਜ਼ਰੂਰੀ ਹੈ। ਦੂਜੇ ਪਾਸੇ ਆਪਾਂ ਦੇਖੀਏ ਖੇਤੀਬਾੜੀ ਵਾਲੇ ਮਾਮਲੇ 'ਚ ਵੀ ਮੇਰੇ ਖਿਆਲ ਭੱਜ ਨੱਠ ਜਿੰਨੀ ਇਹ ਕਰਦੇ ਕਿਸੇ ਨੇ ਪਹਿਲਾਂ ਨਹੀਂ ਕੀਤੀ ਜੀ। ਇੱਕ ਹੋਰ ਮੰਤਰੀ ਹੈ ਜਿਨ੍ਹਾਂ ਦਾ ਨਾਮ ਹੈਗਾ ਲਾਲ ਚੰਦ ਕਟਾਰੂ ਚੱਕ। ਅੱਛਾ ਜੀ, ਉਹ ਵੈਸੇ ਮੀਡੀਆ 'ਚ ਘੱਟ ਹੀ ਆਉਂਦੇ, ਉਹ ਮੀਡੀਆ 'ਚ ਘੱਟ ਆਉਂਦੇ ਆ, ਲੇਕਿਨ ਜਿਹੜਾ ਜ਼ਮੀਨੀ ਕੰਮ ਹੈ ਉਹਨਾਂ ਦਾ, ਤੁਸੀਂ ਇਹ ਦੇਖੋ ਦਾਨੇਵਾਲੀਆ ਸਾਹਿਬ, ਇਹ ਸਰਕਾਰ ਬਿਲਕੁਲ ਨਵੀਂ ਨਵੇਲੀ ਸਰਕਾਰ ਸੀ। ਇਸ ਸਰਕਾਰ ਦੇ ਦੌਰ ਦੇ ਵਿੱਚ ਉਹਨਾਂ ਨੇ ਕਿਵੇਂ ਜਿਹੜੇ ਹੈਗੇ ਆ, ਤੁਹਾਡੀ ਜਿਹੜੀ ਆ ਪਰਚੇਜ ਹੈ ਜੀ, ਝੋਨਾ ਚੁਕਵਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ, ਵੱਡਿਆਂ ਦੀਆਂ ਜਿਹੜੀਆਂ ਚੀਕਾਂ ਨਿਕਲ ਜਾਂਦੀਆਂ, ਕਿਵੇਂ ਉਹਨਾਂ ਨੇ ਝੋਨਾ ਚੁਕਵਾਇਆ, ਸਾਰਾ ਕੁਝ ਕਰਵਾਇਆ, ਇਹ ਉਹਨਾਂ ਦੀ ਮਤਲਬ ਇੱਕ ਵੱਡੀ ਪ੍ਰਾਪਤੀ ਹੈ। ਔਰ ਮੈਂ ਜਾਣਕਾਰੀ ਹਾਸਲ ਕੀਤੀ ਵੀ ਕੀ ਗੱਲ, ਉਹ ਕਹਿੰਦੇ ਜੀ ਉਹ ਤਾਂ ਬਹੁਤ ਲੰਬਾ ਸਮਾਂ ਪਿੰਡ ਦੇ ਸਰਪੰਚ ਰਹੇ। ਅਸਲ ਦੇ ਵਿੱਚ ਜਦੋਂ ਦਿਹਾਤੀ ਪੰਜਾਬ ਦੀ ਆਪਾਂ ਗੱਲ ਕਰਦੇ ਨਾ, ਪੇਂਡੂ ਪੰਜਾਬ ਦੀ ਗੱਲ ਕਰਦੇ ਆ, ਪੇਂਡੂ ਪੰਜਾਬ ਦੀ ਸਮਝ ਉਹਨਾਂ ਬੰਦਿਆਂ ਨੂੰ ਹੈ ਜਿਨ੍ਹਾਂ ਨੇ ਗ੍ਰਾਸ ਰੂਟ ਲੈਵਲ ਦੇ ਉੱਤੇ ਪੰਚਾਇਤੀ, ਸਭ ਤੋਂ ਵੱਡੀ ਗੱਲ ਕਹਿੰਦੇ ਜਿਹੜੀ ਪੰਚਾਇਤ ਹੈ ਨਾ ਜੀ, ਜਿਹਨੇ ਪੰਚਾਇਤੀ ਕਰ ਲਈ ਉਹ ਮਾਰ ਨਹੀਂ ਖਾਂਦਾ, ਜਿਹੜਾ ਪੰਚਾਇਤ 'ਚ ਬਹਿ ਗਿਆ ਨਾ, ਜਿਹੜਾ ਪੰਚਾਇਤੀ ਹੈ ਨਾ ਉਹਨੂੰ ਕਰ ਉਹਦੇ ਮਾਰ ਨਹੀਂ ਖਾਂਦਾ। ਜੇ ਆਪਾਂ ਕਨਵੈਂਟ ਸਕੂਲਾਂ 'ਚ ਪੜ੍ਹ ਕੇ ਆ ਕੇ ਤੇ ਉਹ ਗੱਲ ਕਰਾਂਗੇ ਨਾ ਤਾਂ ਉਹ ਗੱਲ ਬਣਦੀ ਨਹੀਂ। ਇਹਦੇ 'ਚ ਵੈਸੇ ਬਹੁਤ ਵਧੀਆ ਗੱਲ ਹੈ ਕਿ ਘੱਟੋ ਘੱਟ ਸਾਡੇ ਜਿਹੜੇ ਹੈਗੇ ਆ ਸਥਾਨਕ ਸਰਕਾਰਾਂ ਕਹਿੰਦੇ ਅਸੀਂ ਜੀ, ਪੰਚਾਇਤ ਵਿਭਾਗਾਂ ਨੂੰ ਤੁਸੀਂ ਇੰਨਾ ਕੁ ਸੁਚੇਤ ਕਰਕੇ ਜੇ ਪੰਚਾਇਤਾਂ ਨੂੰ, ਆਮ ਲੋਕਾਂ ਨੂੰ ਇਹ ਜਾਗਰਤ ਕਰਤਾ ਕਿ ਭਾਈ ਤੁਹਾਡੇ ਅਧਿਕਾਰ ਹੈ ਤੇ ਤੁਸੀਂ ਆਪਣੇ ਨੀਤੀਆਂ ਬਣਾ ਸਕਦੇ ਹੋ, ਤਾਂ ਬਹੁਤ ਵਧੀਆ ਗੱਲ ਹੈ, ਸ਼ਲਾਘਾਯੋਗ ਗੱਲ ਹੈ। ਇੱਥੇ ਇਸ ਸਰਕਾਰ ਨੂੰ ਕ੍ਰੈਡਿਟ ਦੇਣਾ ਬਣਦਾ। ਅਸੀਂ ਆਲੋਚਕ ਜਿਹੜੇ ਹੈਗੇ ਆ ਉਸਾਰੂ ਆਲੋਚਕਾਂ ਜੀ, ਇਹ ਨਹੀਂ ਕਿ ਹਰ ਗੱਲ ਦੇ ਉੱਤੇ ਸਰਕਾਰ ਦੀ ਆਲੋਚਨਾ ਕਰਨੀ ਹੈ। ਸਰਕਾਰ ਦਾ ਬਹੁਤ ਵਧੀਆ ਕੰਮ ਹੈ ਜਿਹੜੀ ਹੈ, ਸਰਕਾਰ ਪਿੰਡਾਂ 'ਚੋਂ ਚੱਲੇ। ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਸੀ ਕਿ ਇਹ ਸਰਕਾਰ ਪਿੰਡਾਂ 'ਚੋਂ ਤੇ ਮੁਹੱਲਿਆਂ 'ਚ ਚੱਲੂਗੀ। ਚਲੋ ਬਾਕੀ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ, ਲੇਕਿਨ ਪਿੰਡਾਂ ਵਾਲੀਆਂ ਸਰਕਾਰਾਂ ਨੂੰ ਜੇ ਮਜ਼ਬੂਤ ਕਰਨ ਵਾਲੀ ਗੱਲ ਕੀਤੀ ਹੈ ਤਾਂ ਬਹੁਤ ਸ਼ਲਾਘਾਯੋਗ ਕੰਮ ਹੈ ਇਹਨਾਂ ਦਾ। ਚਲੋ ਚੰਗੀ ਗੱਲ ਹੈ ਜੀ, ਅੱਗੇ ਇਹੋ ਜਿਹੇ ਕੰਮ ਹੁੰਦੇ ਰਹਿਣ ਤੇ ਚੱਲਦੇ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਭ ਮਿਹਰਬਾਨੀ। ਸੋ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। Shama